मैं कहा किहड़ियां कोठियां लभ के आईए? कहना यार पिछे बंदे खड़े कहंदे ने भी राज्यवाल दियां तां चंडीगढ़ 'च 3 कोठियां ने। राज्यवाल कोल तां ਜ਼ਮੀਨ बहुत खरीदी हुई है, ਜ਼ਮੀਨ ਦੀ फर्द लिया भी कब्जा लईए, कब्जा लैके जिन्ने तूं रखने तूं रख ला, बाकी दे आपां बेच वट के यूਨੀਅਨ वालिਆਂ ਨੂੰ ਇਹ ਦੇ ਦਈਏ। ਹੁਣ ਅੰਦੋਲਨ ਚੱਲਦਾ, ਉਹਨਾਂ ਨੂੰ ਪੈਸਿਆਂ ਦੀ ਲੋੜ ਆ। मैं तो यही देखदी भी ਉਹ ਇੱਕ ਨਹੀਂ ਡਟੇ ਰਹਿਣਗੇ ਜਿੰਨਾ ਚਿਰ ਉਹਨਾਂ ਦੀਆਂ ਜਿਹੜੇ ਕਾਨੂੰਨ ਨੇ ਵਾਪਸ ਨਹੀਂ ਹੁੰਦੇ। ਉਹ ਵਾਪਸ ਲਿਆਂ ਤੋਂ ਬਿਨਾਂ ਉਹ ਘਰ ਨਹੀਂ ਆਉਣਗੇ। ਬਾਪੂ ਜੀ ਦੇ ਜਿਹੜੇ ਅਸੂਲ ਨੇ, ਅਸੂਲਾਂ ਦੇ ਪੱਕੇ ਨੇ। ਉਹ ਬਾਣੀ ਤੇ ਪੂਰਾ ਭਰੋਸਾ ਰੱਖਣ ਵਾਲੇ ਇਨਸਾਨ ਨੇ। ਮੈਂ ਵੀ ਕਹਿਣਾ ਹੁੰਦਾ ਸੀ ਵੀ ਬਾਪੂ ਜੀ ਬੈਠ ਜਾਓ, ਨਹੀਂ ਬਸ ਜਿਹੜੇ ਕੰਮ ਨੂੰ ਧਿਆ ਲੈਂਦੇ ਨੇ ਉਹਨੂੰ ਫਿਰ ਸਿਰੇ ਲਾ ਕੇ ਛੱਡਦੇ ਨੇ। ਇਸੇ ਤਰ੍ਹਾਂ ਮੈਂ ਤਾਂ ਮੋਦੀ ਨੂੰ ਵੀ ਕਹੂੰ ਵੀ ਛੇਤੀ ਮਾਂਜਾ, ਇਹ ਮਨਾ ਕੇ ਹਟਣਗੇ। ਸ਼ੁਰੂ ਤੋਂ ਇੱਕ ਹੁੰਦਾ ਹੀ ਦਾਦੇ ਪੋਤੇ ਦਾ। ਮੇਰੀ ਤਾਂ ਉਹਨਾਂ ਨਾਲ ਵੀ ਯਾਰਾਂ ਦੋਸਤਾਂ ਵਾਲੀ ਯਾਰੀ ਹੈ ਸਾਡੀ। ਮੇਰਾ ਉਹ ਬਹੁਤ ਕਰਦੇ ਆ ਤੇ ਸ਼ੁਰੂ ਤੋਂ ਘੁਮਾਇਆ ਫਿਰਾਇਆ ਬਹੁਤ ਹੈ। ਮੇਰਾ ਬਹੁਤ ਪਿਆਰ ਆ। ਦਿੱਲੀ ਦੀ ਥੋੜ੍ਹੇ ਦਿਨਾਂ ਦੀ ਪਹਿਲਾਂ ਗੱਲ ਸੁਣਾ, ਮੈਂ ਕਿਤੇ ਚਲੇ ਗਿਆ, ਐਵੇਂ ਸਰਪ੍ਰਾਈਜ਼ ਦੇਣ ਚਲੇ ਗਿਆ। ਮੈਂ ਚਲੋ ਮਿਲ ਕੇ ਆਉਣੇ। ਅੱਜ ਮੈਂ ਗਿਆ, ਮਿਲੇ ਥੋੜ੍ਹੀ ਕੁ ਦੇਰ, ਮੈਨੂੰ ਵੀ ਮਿਲ ਕੇ ਕਹਿੰਦੇ ਇੰਨਾ ਜਦੋਂ ਮੂਡ ਬਣ ਜਾਂਦਾ ਵੀ ਪੜ੍ਹਨਾ ਹੀ ਪੜ੍ਹਨਾ, ਮੈਨੂੰ ਕਹਿੰਦੇ ਚਲੋ ਠੀਕ ਆ ਕਾਕਾ ਤੁਸੀਂ ਇੱਥੇ ਫਿਰੋ, ਮੈਂ ਤਾਂ ਹੁਣ ਆਪਣਾ ਪੜ੍ਹਨਾ। ਕੋਈ ਕੁਛ ਮਰਜ਼ੀ ਕਹੀ ਜਾਵੇ, ਉਹ ਕਹਿੰਦੇ ਮੈਨੂੰ ਸੈਟਿਸਫੈਕਸ਼ਨ ਆ ਇੱਕ ਬਸ ਆਪ ਨੂੰ ਵੀ ਮੈਂ ਆਪਣਾ ਕੰਮ ਪੂਰਾ ਸਿੰਸੀਅਰਿਟੀ ਦੇ ਨਾਲ ਕਰ ਰਿਹਾ। ਦੈਟਸ ਮੋਰ ਦੈਨ ਇਨਫ ਫॉर ਮੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਕਿਸਾਨ ਆਗੂ ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟੇ ਬੈਠੇ ਨੇ। ਸਰਕਾਰ ਦੇ ਨਾਲ ਜਿਹੜੀ ਵਾਰਤਾਲਾਪ ਹੈ ਉਹ ਭਾਵੇਂ ਟੁੱਟੀ ਹੋਈ ਹੈ, ਪਰ ਉਸ ਦੇ ਬਾਵਜੂਦ ਕਿਸਾਨ ਆਗੂ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਜਦੋਂ ਕਿਸਾਨ ਆਗੂਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਦੇ ਬੜੇ ਇਹੋ ਜਿਹੇ ਅਣਛੋਏ ਪੱਖ ਹੁੰਦੇ ਨੇ ਜਿਹੜੇ ਅਸੀਂ ਨਹੀਂ ਜਾਣਦੇ ਹੁੰਦੇ, ਜਾਂ ਜਿਨ੍ਹਾਂ ਬਾਰੇ ਜਾਣਨ ਲਈ ਅੱਜ ਕੱਲ੍ਹ ਬਹੁਤ ਸਾਰੇ ਲੋਕ ਉਤਸੁਕ ਹੋਏ ਨੇ ਕਿ ਆਖਰ ਕਿਸਾਨ ਆਗੂਆਂ ਦੀ ਜ਼ਿੰਦਗੀ ਕਿਹੋ ਜਿਹੀ ਆ, ਇਹਨਾਂ ਦੇ ਪਰਿਵਾਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ, ਕਿਵੇਂ ਜ਼ਿੰਦਗੀ ਵਿਚਰਦੇ ਨੇ, ਕੀ ਕੁਝ ਜ਼ਿੰਦਗੀ ਦੇ ਵਿੱਚ ਘਾਟੇ ਵਾਧੇ ਸਹੇ ਨੇ, ਕੀ ਕੁਝ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਖੋਇਆ ਅਤੇ ਕੀ ਕੁਝ ਪਾਇਆ। ਇਸੇ ਲੜੀ ਦੇ ਵਿੱਚ ਪਹਿਲਾਂ ਅਸੀਂ ਰੁਲਦੂ ਸਿੰਘ ਮਾਨਸਾ ਜੀ ਦੇ ਘਰੇ ਮਾਨਸਾ ਗਏ ਸੀ, ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ। ਸੋ ਅੱਜ ਉਸੇ ਲੜੀ ਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੇ ਘਰ ਆਏ ਹਾਂ, ਉਹਨਾਂ ਦੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਘਰ ਹਰ ਇੱਕ ਚੀਜ਼ ਦੇ ਵਿੱਚ ਮਨੁੱਖ ਨੂੰ ਇੱਕ ਬਣਾਉਣ ਦੇ ਵਿੱਚ ਘਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਜਿਸ ਦਿਨ ਦਾ ਸੰਘਰਸ਼ ਚੱਲਿਆ ਬਲਬੀਰ ਸਿੰਘ ਰਾਜੇਵਾਲ ਘਰ ਨਹੀਂ ਆਏ ਤੇ ਉਹਨਾਂ ਦਾ ਕਹਿਣਾ ਕਿ ਜਿਸ ਦਿਨ ਸੰਘਰਸ਼ ਜਿੱਤਾਂਗੇ ਉਸੇ ਦਿਨ ਵਾਪਸ ਆਵਾਂਗੇ ਘਰ। ਘਰਦਿਆਂ ਤੋਂ ਪੁੱਛਦੇ ਹਾਂ ਕਿ ਕਿੱਦਾਂ ਅੱਜ ਕੱਲ੍ਹ ਉਹਨਾਂ ਦੀ ਗੱਲਬਾਤ ਹੋ ਰਹੀ ਹੈ, ਕੀ ਕੁਝ ਦੇਖ ਰਹੇ ਨੇ, ਕਿੱਦਾਂ ਦੇਖ ਰਹੇ ਨੇ ਸੰਘਰਸ਼ ਨੂੰ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੋ ਆਜੋ ਚੱਲਦੇ ਹਾਂ। ਪਹਿਲਾਂ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਅੱਖੀਆਂ ਵਿੱਚ ਸਜਦਾ। ਬਲਬੀਰ ਸਿੰਘ ਰਾਜੇਵਾਲ ਦੀ ਮੈਂ ਗੱਲ ਕਰ ਰਿਹਾ। ਰਾਜੇਵਾਲ ਸਾਹਿਬ ਬਹੁਤ ਕੁਦਰਤ ਪ੍ਰੇਮੀ ਨੇ, ਕੁਦਰਤ ਨੂੰ ਬੜਾ ਪਿਆਰ ਕਰਦੇ ਨੇ। ਤੁਸੀਂ ਉਹਨਾਂ ਦੀਆਂ ਗੱਲਾਂ ਤੋਂ ਦੇਖੋਗੇ। ਬੀਜੀ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਬੇਟੇ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਪੋਤਰੇ ਦੇ ਨਾਲ ਗੱਲਬਾਤ ਕਰਾਂਗੇ। ਸੋ ਗੱਲਾਂ ਬਾਤਾਂ ਬਹੁਤ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਬੜਾ ਖੂਬਸੂਰਤ ਘਰ ਬਣਾਇਆ ਹੋਇਆ ਸੇ ਬੈਠੇ ਨੇ ਉਹਨਾਂ ਦਾ ਪਰਿਵਾਰ, ਜਿਹੜਾ ਅੱਜ ਤੱਕ ਉਹਨਾਂ ਦੀ ਪਿੱਠ ਦੇ ਉੱਤੇ ਖੜਿਆ। ਇਹੋ ਘਰ ਪਰਿਵਾਰਾਂ ਨੂੰ ਛੱਡ ਕੇ ਉੱਥੇ ਬੈਠੇ ਨੇ। ਬੀਜੀ ਹੋਣੀ ਨੇ, ਬੇਟਾ ਜੀ ਨੇ, ਉਹਨਾਂ ਦੀ ਵਾਈਫ ਨੇ, ਇੱਧਰ ਉਹਨਾਂ ਦੇ ਪੋਤਰੇ ਨੇ ਗੁਰਤੇਜ। ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬੀਬੀ ਜੀ ਤੋਂ ਸ਼ੁਰੂਆਤ ਕਰਦੇ ਹਾਂ। ਬੀਜੀ ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ। ਕੀ ਹਾਲ ਚਾਲ ਹੈ? ਬਹੁਤ ਵਧੀਆ, ਠੀਕ ਠਾਕ। ਕਿੱਦਾਂ ਦੇਖਦੇ ਹੋ ਬਾਪੂ ਜੀ ਦਿੱਲੀ ਬੈਠੇ ਨੇ, ਲਗਾਤਾਰ ਧਰਨੇ ਦੇ ਉੱਤੇ ਡਟੇ ਹੋਏ ਨੇ, ਕਿੱਦਾਂ ਦੇਖਦੇ ਹੋ ਉਹਨਾਂ ਨੂੰ? ਜਦੋਂ ਅੱਜ ਦੇਖਦੇ ਹੋ 3 ਮਹੀਨੇ ਹੋ ਗਏ ਘਰ ਨਹੀਂ ਆਏ, ਤਾਂ ਕਿਵੇਂ ਦੇਖਦੇ ਹੋ? ਮੈਂ ਤਾਂ ਇਹੀ ਦੇਖਦੀ ਵੀ ਉਹ ਇੱਕ ਨਹੀਂ ਡਟੇ ਰਹਿਣਗੇ ਜਿੰਨਾ ਚਿਰ ਉਹਨਾਂ ਦੀਆਂ ਜਿਹੜੇ ਕਾਨੂੰਨ ਨੇ ਵਾਪਸ ਨਹੀਂ ਹੁੰਦੇ। ਉਹ ਵਾਪਸ ਲਿਆਂ ਤੋਂ ਬਿਨਾਂ ਉਹ ਘਰ ਨਹੀਂ ਆਉਣਗੇ। ਵੀ ਜੀ ਕਦੋਂ ਮਤਲਬ ਮੈਂ ਸ਼ੁਰੂਆਤ ਕਰੂੰਗਾ, ਕਦੋਂ ਕੁ ਬਾਪੂ ਜੀ ਇਸ ਲਾਈਨ ਦੇ ਵਿੱਚ ਆਏ, ਕਦੋਂ ਕੁ ਜਥੇਬੰਦੀਆਂ ਦੇ ਨਾਲ ਜੁੜੇ, ਕਦੋਂ ਸੰਘਰਸ਼ ਦੇ ਨਾਲ ਜੁੜੇ, ਉਹ ਪਲ ਯਾਦ ਕਰਦੇ ਹੋ ਤਾਂ ਕਿਹੋ ਜਿਹਾ ਜਿਹੜਾ ਉਹ ਪਲ ਸੀਗੇ ਉਹ ਜਦੋਂ ਇਸ ਸੰਘਰਸ਼ ਦੇ ਵਿੱਚ ਆਏ ਤੇ ਪਰਿਵਾਰ ਦਾ ਕੀ ਰੁਝਾਨ ਸੀਗੇ? ਪਰਿਵਾਰ ਕਿਵੇਂ ਸਪੋਰਟ ਕਰਦਾ ਸੀਗਾ? ਕਰਦੇ ਸੀਗੇ ਘਰ ਦੇ ਤੁਹਾਡੇ ਸਪੋਰਟ, ਜਾਂ ਤੁਸੀਂ ਕਰਦੇ ਸੀ ਵੀ ਚਲੋ ਕੋਈ ਨਹੀਂ ਜਾਓ, ਕੋਈ ਨਹੀਂ ਅਸੀਂ ਸਾਂਭ ਲਾਂਗੇ ਪਿੱਛੋਂ? ਉਹ ਤਾਂ ਜ਼ਿਆਦਾ ਆਪਣੀ ਮਨ ਮਰਜ਼ੀ ਕਰਦੀ ਸੀਗੀ। ਆਪਣੀ ਮਨ ਮਰਜ਼ੀ, ਉਹ ਆਪਣੇ ਮਨ ਨਾਲ ਚੱਲਦੇ ਨੇ, ਦੂਸਰੇ ਦੀ ਨਹੀਂ ਬਹੁਤੀ ਸਲਾਹ ਲੈਂਦੇ। ਵੀ ਜੀ ਗੁੱਸਾ ਇਸ ਗੱਲ ਦਾ ਕਿ ਤੁਹਾਡੀ ਨਹੀਂ ਸੁਣਦੇ ਬਹੁਤੀ? ਨਹੀਂ, ਮੈਨੂੰ ਤਾਂ ਸਗੋਂ ਚਾਅ ਹੈ ਬਹੁਤ।
ਆਪਣੇ ਮਨ ਦੀ ਜੋ ਗੱਲ ਹੈਗੀ ਅੰਦਰੋਂ ਚਾਹਨਾ ਉਹ ਪੂਰੀ ਕਰਨ ਆਪਣੀ। ਉਹਨਾਂ ਦੇ ਬੇਟੇ ਨੇ ਤੇਜਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਤੁਸੀਂ ਵੀ ਲਗਾਤਾਰ ਸੰਘਰਸ਼ ਨੂੰ ਦੇਖ ਰਹੇ ਹੋ, ਸੰਘਰਸ਼ ਦੇ ਵਿੱਚ ਜਾਂਦੇ ਵੀ ਹੋ ਤੇ ਹੁਣ ਵੀ ਦਿੱਲੀ ਜਾਣਾ ਹੈਗਾ, ਕਿੱਦਾਂ ਦੇਖਦੇ ਹੋ ਉਹਨਾਂ ਨੂੰ ਬੈਠੇ ਹੋਏ ਨੂੰ? ਜਦੋਂ ਬਾਪੂ ਜੀ ਨੂੰ ਦੇਖਦੇ ਹੋਗੇ, ਜਦੋਂ ਸੋਝੀ ਸੰਭਾਲੀ ਹੋਏਗੀ, ਤੁਸੀਂ ਕਿੱਦਾਂ ਦੇਖਦੇ ਸੀ ਉਹਨਾਂ ਨੂੰ ਉਦੋਂ? ਤੇ ਸੰਘਰਸ਼ ਦੇ ਵਿੱਚ ਉਹ ਜਿਹੜੇ ਕੁੱਦੇ ਹੋਏ ਸੀਗੇ, ਸੰਘਰਸ਼ ਲੜਦੇ ਸੀ, ਕਦੇ ਝੰਡਾ ਚੱਕ ਕੇ ਇੱਧਰ ਨੂੰ ਤੁਰ ਪਏ, ਕਦੇ ਝੰਡਾ ਚੱਕ ਕੇ ਉਸ ਧਰਨੇ ਤੇ ਤੁਰ ਪਏ। ਕੀ ਯਾਦ ਕੀ ਕਰਦੇ ਹੋ ਜਦੋਂ ਅੱਜ ਪਿੱਛੇ ਝਾਤ ਮਾਰਦੇ ਹੋ ਤਾਂ ਕੀ ਯਾਦ ਆਉਂਦਾ ਤੁਹਾਨੂੰ? ਯਾਦ ਤਾਂ ਇਹੀ ਆਉਂਦਾ ਵੀ ਦੇਖੋ ਬਾਪੂ ਜੀ ਦੇ ਜਿਹੜੇ ਅਸੂਲ ਨੇ, ਅਸੂਲਾਂ ਦੇ ਪੱਕੇ ਨੇ, ਉਹ ਨੇਚਰ ਦੇ ਬਹੁਤ ਕਲੋਜ਼ ਨੇ, ਬਾਣੀ ਤੇ ਪੂਰਾ ਭਰੋਸਾ ਰੱਖਣ ਵਾਲੇ ਇਨਸਾਨ ਨੇ। ਤੇ ਤੁਸੀਂ ਉਹਨਾਂ ਦੀਆਂ ਸਪੀਚਾਂ 'ਚ ਵੀ ਸੁਣਿਆ ਹੋਣਾ ਵੀ ਜੋ ਐਗਜ਼ਿਸਟ ਕਰਦਾ, ਜੋ ਹੋਣਾ, ਉਹ ਨੇਚਰ ਨੇ ਕਰਕੇ ਹਟਣਾ। ਉੱਥੇ ਸਪੀਚਾਂ 'ਚ ਵੀ ਉਹ ਇਹੀ ਗੱਲਾਂ ਕਹਿੰਦੇ ਨੇ। ਜਦੋਂ ਅਸੀਂ ਬੜੇ ਹੋਏ ਪਹਿਲੇ ਦਿਨ ਤੋਂ ਹੀ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਉਹਨਾਂ ਦੇ ਜਿਹੜੇ ਅਸੂਲ ਨੇ, ਉਹ ਅਸੂਲ ਇੰਨੇ ਕੁ ਹਾਰਡ ਨੇ ਵੀ ਆਪਾਂ ਉਹਨਾਂ 'ਤੇ ਅਸੀਂ ਵੀ ਨਹੀਂ ਹਜੇ ਉਹਨਾਂ ਖਰੇ ਉਤਰ ਸਕਦੇ। ਪਰ ਅਸੀਂ ਜਦ ਉਹਨਾਂ ਨੂੰ ਦੇਖਦੇ ਹਾਂ, ਉਹਨਾਂ ਦੀ ਸ਼ਖਸੀਅਤ ਨੂੰ ਦੇਖਦੇ ਹਾਂ, ਉਹਨਾਂ ਜਦ ਵੀ ਸਾਡੇ ਵਿੱਚ ਕੋਈ ਪਰਿਵਾਰ 'ਚ ਆ ਕੇ ਵਿਚਰਦਾ ਜਾਂ ਅਸੀਂ ਬਾਹੇ ਗਵਾਇਆ ਕਿਤੇ ਬਾਹਰ ਵੀ ਜਾਂਦੇ ਹਾਂ, ਅਸੀਂ ਉਹਨਾਂ ਦੇ ਅਸੂਲਾਂ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪੂਰਾ ਮਨ 'ਚ ਇਹ ਰੱਖੀਦਾ ਵੀ ਕਿਤੇ ਵੀ ਉਹਨਾਂ ਦਾ ਜੋ ਧਾਰਨਾ ਹੈ ਉਹਨੂੰ ਠੇਸ ਨਾ ਪਹੁੰਚੇ। ਬਹੁਤ ਮੈਂ ਮਾਣ ਨਾਲ ਕਹੂੰਗਾ ਮਟੀਰੀਅਲਿਸਟਿਕ ਸੋਚ ਤੋਂ ਪਰੇ ਨੇ, ਬਹੁਤ ਵਧੀਆ ਸੋਚ ਨਾਲ ਜਾ ਰਹੇ ਨੇ। ਅਤੇ ਉਹਨਾਂ ਨੇ ਇਹ ਜਿਹੜਾ ਕਿਸਾਨੀ ਅੰਦੋਲਨ ਅੱਜ ਚੱਲਿਆ, ਉਹ ਪਿਛਲੇ 51 ਸਾਲਾਂ ਤੋਂ ਕਿਸਾਨੀ ਮਸਲਿਆਂ 'ਤੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਜੇਲ੍ਹਾਂ 'ਚ ਵੀ ਗਏ ਨੇ ਅਤੇ ਅਨੇਕਾਂ ਵਾਰੀ ਉਹਨਾਂ ਨੇ ਜਦੋਂ ਵੀ ਕਿਸਾਨੀ 'ਤੇ ਕੋਈ ਭੀੜੀ ਪਈ ਹੈ, ਵਾਹੇ ਗਵਾਹੇ ਜਿਹੜੀ ਵੀ ਭੀੜੀ ਪਈ ਹੈ, ਮੌਕੇ ਦੀਆਂ ਸਰਕਾਰਾਂ ਨੂੰ ਪਹਿਲਾਂ ਵੈਲ ਅਵੇਅਰ ਕਰਦੇ ਰਹੇ ਨੇ। ਅਤੇ ਫਿਰ ਜੇ ਨਹੀਂ ਵੀ ਸਰਕਾਰਾਂ ਮੰਨੀਆਂ ਤਾਂ ਕਦੇ ਧਰਨਾ ਪ੍ਰਦਰਸ਼ਨ, ਕਦੇ ਕਾਨਫਰੰਸਾਂ ਰਾਹੀਂ ਲੋਕਾਂ ਨੂੰ ਇਕੱਠੇ ਕਰਕੇ, ਭਾਵੇਂ ਚੰਡੀਗੜ੍ਹ ਲਿਜਾਣਾ ਹੋਵੇ, ਭਾਵੇਂ ਉਹ ਦਿੱਲੀ ਜਾਣਾ ਹੋਵੇ ਪਾਰਲੀਮੈਂਟ ਸਟਰੀਟ 'ਤੇ, ਅਸੀਂ ਵੀ ਕਈ ਵਾਰੀ ਗਏ ਹਾਂ। ਬਹੁਤ ਸਾਥ ਅਸੀਂ ਵੀ ਦਿੰਦੇ ਹਾਂ ਉਹਨਾਂ ਦਾ। ਹੁਣ ਵੀ ਇਸ ਮਸਲੇ ਦੇ ਵਿੱਚ ਜਿਹੜਾ ਇਹ ਅੰਦੋਲਨ ਹੈ, ਇਹ ਉਹਨਾਂ ਨੇ ਸੰਨ 2013 ਤੋਂ ਇਹਦੀ ਤਿਆਰੀ ਕੀਤੀ ਹੋਈ ਹੈ। 2013 ਤੋਂ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਜੋ ਵੀ ਉਹਨਾਂ ਦੇ ਕੋਲ ਦਸਤਾਵੇਜ਼ ਇਕੱਠੇ ਹੋਈ ਗਏ, ਉਦੋਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਸੈਂਟਰ 'ਚ ਵੀ ਜਾ ਕੇ, ਤੁਸੀਂ ਉਹਨਾਂ ਦੀ ਸਪੀਚਾਂ ਸੁਣੀਆਂ, ਮੈਂ ਜ਼ਿਆਦਾ ਨਹੀਂ ਕਹੂੰਗਾ, ਉਹਨਾਂ ਨੇ ਥੋਰਲੀ ਸਟੱਡੀ ਕੀਤੇ ਹੋਏ ਨੇ ਜੋ ਵੀ ਮਸਲੇ ਨੇ, ਕਿਸਾਨੀ ਮਸਲੇ ਨੇ। ਉਹਨਾਂ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਪੰਜਾਬ ਜ਼ਿਮੀਂਦਾਰਾ ਯੂਨੀਅਨ ਬਣੀ ਹੈ, ਇਹਦਾ ਕੌਂਸਟੀਟਿਊਸ਼ਨ ਵੀ ਉਹਨਾਂ ਨੇ ਲਿਖਿਆ, ਸੰਵਿਧਾਨ ਇਹਦਾ ਜੋ ਲਿਖਿਆ ਉਹਨਾਂ ਨੇ ਲਿਖਿਆ। ਉਸ ਤੋਂ ਬਾਅਦ ਇੱਕ ਉਹ ਵੀਕਲੀ ਰਸਾਲਾ ਚਲਾਉਂਦੇ ਹੁੰਦੇ ਸੀ ਲੁਧਿਆਣੇ ਤੋਂ, ਉਹਦਾ ਨਾਂ ਵੀ ਕਿਸਾਨੀ ਮਸਲੇ ਰੱਖਿਆ ਹੋਇਆ ਸੀ। ਉਹਨੂੰ ਆਪ ਐਡਿਟ ਕਰਦੇ ਸੀ, ਆਪ ਐਡਿਟ ਕਰਕੇ ਪਿੰਡਾਂ ਦੇ ਵਿੱਚ ਆਪ ਵਰਕਰਸ ਨੂੰ ਲਿਜਾ ਕੇ ਲੋਕਾਂ 'ਚ ਉਹ ਵੀਕਲੀ ਜਿਹੜੀ ਸੀਗੀ ਉਹਨੂੰ ਵੰਡਿਆ ਕਰਦੇ ਸੀ। ਬਹੁਤ ਦੂਰ ਅੰਦੇਸ਼ੀ ਸੋਚ ਹੈ ਉਹਨਾਂ ਦੀ। ਮੈਂ ਤਾਂ ਇਹ ਕਹੂੰਗਾ ਵੀ ਕਈ ਵਾਰੀ ਤਾਂ ਲੀਡਰਾਂ ਨੂੰ ਜਿਹੜੀਆਂ ਸਰਕਾਰਾਂ ਨੇ, ਜਾਂ ਤਾਂ ਉਹ ਜਾਣਬੁੱਝ ਕੇ ਵੇਸਣੀਆਂ ਬਣਦੀਆਂ ਨੇ, ਉਹ ਵੈਲ ਅਵੇਅਰ ਹੁੰਦੇ ਨੇ ਪਹਿਲਾਂ ਹੀ ਐਡਵਾਂਸ। ਆਹ ਵੀ ਜਿਹੜੇ ਇਸ਼ੂਜ਼ ਨੇ, ਆ ਜਿਹੜੇ 3 ਫਾਰਮ ਬਿਲਸ ਆਏ ਨੇ, ਸੈਂਟਰ ਲੈ ਕੇ ਆਈ ਹੈ, ਇਹਦੇ 'ਤੇ ਉਹਨਾਂ ਨੇ 2 ਸਾਲ ਪਹਿਲਾਂ ਪੂਰਾ ਪਾਈਲ ਅਪ ਕਰਕੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਚੰਡੀਗੜ੍ਹ 'ਚ ਸੈਮੀਨਾਰ ਕਰਵਾਏ, ਉੱਥੇ ਵੱਖ-ਵੱਖ ਪੋਲੀਟੀਕਲ ਪਾਰਟੀਜ਼ ਦੇ ਆਗੂ ਵੀ ਬੁਲਾਏ, ਸਭ ਨੇ ਹਾਮੀਆਂ ਭਰੀਆਂ। ਪਰ ਅੱਜ ਉਹ ਜਿਹੜੇ ਆਗੂ ਕਹਿੰਦੇ ਸੀਗੇ ਵੀ ਅਸੀਂ ਸਾਥ ਦੇਵਾਂਗੇ, ਉਹ ਥੋੜ੍ਹਾ ਜਿਹਾ ਪਿੱਛੇ ਨੇ। ਉਹ ਭਾਵੇਂ ਇਹਨਾਂ ਨੇ ਵੀ ਨਹੀਂ ਉਹਨਾਂ ਨੂੰ ਆਪਣੀ ਸਟੇਜ 'ਤੇ ਸਾਥ ਦਿੰਦੇ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਰੱਖਿਆ ਹੋਇਆ। ਉਹਨਾਂ ਨੂੰ ਵੀ ਮੈਂ ਤਾਂ ਕਹੂੰਗਾ ਵੀ ਸੈਂਟਰ ਦੀ ਸਰਕਾਰ ਨੂੰ, ਉਹਨਾਂ ਨੂੰ ਵੀ ਜਾ ਕੇ ਚੰਗੀ ਤਰ੍ਹਾਂ ਜਾ ਕੇ ਉੱਥੇ, ਜਿਵੇਂ ਹੁਣ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਵੀ ਪਾਰਟੀਸਪੇਟ ਕਰਨ ਅਤੇ ਉੱਥੇ ਜਾ ਕੇ ਇਹ ਮੰਗਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਜਾ ਕੇ ਉਛਾਲਣ, ਉੱਥੇ ਪਾਰਲੀਮੈਂਟ 'ਚ ਇਹਦੇ ਇਸ਼ੂਜ਼ 'ਤੇ ਗੱਲ ਕਰਨ ਤਾਂ ਜੋ ਇਹ ਮਸਲੇ ਛੇਤੀ ਹੱਲ ਹੋਣ ਅਤੇ ਸਾਡੇ ਕਿਸਾਨ, ਸਾਡੇ ਉੱਥੇ ਜਿਹੜੇ ਬਜ਼ੁਰਗ ਨੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਕਿਸਾਨ ਵੀਰ ਜਿਹੜੇ ਅੱਜ 102 ਦਿਨ ਹੋ ਗਏ, ਅੱਜ 103ਵਾਂ ਦਿਨ ਹੈ ਉੱਥੇ ਬੈਠਿਆਂ ਨੂੰ। ਉਹਨਾਂ ਨੇ ਸਿਆਲ ਦੀਆਂ ਰਾਤਾਂ ਵੀ ਕੱਟ ਲਈਆਂ, ਹੁਣ ਗਰਮੀਆਂ ਵੀ ਉੱਥੇ, ਤੁਸੀਂ ਵੀ ਉੱਥੇ ਜਾਂਦੇ ਹੋ, ਦੇਖਦੇ ਹੋ, ਗਰਮੀ ਉਹਨਾਂ ਨੇ ਉੱਥੇ ਫਿਰ ਵੀ ਕੱਟ ਲੈਣੀ ਹੈ। ਪਰ ਮੈਂ ਫਿਰ ਵੀ ਰਿਕੁਐਸਟ ਕਰੂੰਗਾ ਕੇਂਦਰ ਦੀ ਸਰਕਾਰ ਨੂੰ
ਕੇਸ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਵਾਪਸ ਕਰਨ। ਤੇਜਿੰਦਰ ਇੱਕ ਗੱਲ ਪੁੱਛਣੀ ਚਾਹੁੰਦਾ, ਇਹ ਗੱਲਾਂ ਆਪਾਂ ਕਰਦੇ ਰਵਾਂਗੇ, ਇਸੇ ਤਰੀਕੇ ਨਾਲ ਆਪਾਂ ਗੱਲਾਂ ਕਰਾਂਗੇ, ਪਰ ਮੈਨੂੰ ਉਹ ਦੱਸੋ ਕਿ ਜਦੋਂ ਯਾਦ ਕਰਦੇ ਹੋ ਬਾਪੂ ਜੀ ਨੂੰ, ਕਿਉਂਕਿ ਬਾਪੂ ਜੀ ਜੇਲ੍ਹ ਵੀ ਗਏ, ਉਦੋਂ ਜਦੋਂ ਬਾਪੂ ਜੀ ਜੇਲ੍ਹ ਚਲੇ ਜਾਂਦੇ ਸੀ ਉਦੋਂ ਪਿੱਛੇ ਕਿੱਦਾਂ ਕੁ ਔਖਾ ਹੁੰਦਾ ਸੀ, ਘਰ ਦਾ ਗੁਜ਼ਾਰਾ ਕਰਨਾ ਕਿੰਨਾ ਕੁ ਔਖਾ ਹੋ ਜਾਂਦਾ ਸੀ, ਕਿਉਂਕਿ ਬੀਜੀ ਇਕੱਲੇ ਰਹਿ ਜਾਂਦੇ ਹੋਣਗੇ, ਤੇ ਫਿਰ ਕਿਵੇਂ ਕਰਦੇ ਸੀ ਗੁਜ਼ਾਰਾ? ਨਹੀਂ, ਜਦੋਂ ਸਾਨੂੰ ਕੋਈ ਔਖਾ ਨਹੀਂ ਸੀ ਹੁੰਦਾ ਬਿਲਕੁਲ ਵੀ ਨਾ। ਫਿਰ ਰਾਸ਼ਨ ਪਾਣੀ ਕੌਣ ਲੈ ਕੇ ਆਉਂਦਾ ਸੀ? ਮੈਂ ਜਾ ਕੇ ਆ ਬਾਜ਼ਾਰ ਕੋਲ ਹੁੰਦਾ ਸੀਗਾ, ਲਿਆਈਦਾ ਸੀ ਆਪੇ ਜਾ ਕੇ। ਹਾਂ। ਅੱਛਾ, ਮੈਂ ਇੱਕ ਗੱਲ ਦੇਖ ਰਿਹਾ ਸੀ, ਘਰ ਬੜਾ ਸੋਹਣਾ ਬਣਾਇਆ, ਤੇ ਇਹ ਜਿਹੜੀ ਇਹਨੂੰ ਸਾਂਭ ਸੰਭਾਲ ਆ ਉਹ ਤੁਸੀਂ ਕਰਦੇ ਹੋ? ਹੋਰ ਕਰੀ ਦੀ ਆ ਆਪ ਵੀ। ਮਾਲੀ ਵੀ ਆਉਂਦਾ, ਜਾਨੀ 2-3 ਮਹੀਨੇ ਬਾਅਦ ਕਟਿੰਗ ਲਈ ਆਉਂਦਾ ਸਿਰਫ, ਬਸ ਇੱਕ ਕੈਂਚੀ ਨਹੀਂ ਚਲਾ ਹੁੰਦੀ। ਅੱਛਾ, ਇੱਕ ਗੱਲ ਦੱਸੋ ਕਿ ਬਾਪੂ ਜੀ ਕਿੰਨਾ ਕੁ ਜੁੜੇ ਹੋਏ ਹੋ? ਬਾਪੂ ਜੀ ਕਿੰਨਾ ਕੁ ਧਿਆਨ ਦਿੰਦੇ ਨੇ ਗਾਰਡਨਿੰਗ ਦੇ ਵਿੱਚ, ਜਿਹੜੀ ਇਹ ਇੱਕ ਬਗੀਚਾ ਸਾਂਭ ਸੰਭਾਲ ਹੁੰਦਾ, ਉਹ ਕਿੰਨਾ ਕੁ ਧਿਆਨ ਦਿੰਦੇ ਨੇ? ਉਹਨਾਂ ਨੂੰ ਕਰ ਮੈਂ ਦੱਸਦਾ ਨਹੀਂ ਮੰਮੀ ਭੁੱਲਦੇ ਨੇ। ਆ ਜਿੱਥੇ ਆਪਾਂ ਹੁਣ ਬੈਠੇ ਆ ਇਹਦੇ ਵਿੱਚ ਕਈ ਵਾਰੀ ਕੋਈ ਨਦੀਨ ਹੋ ਜਾਂਦੇ ਨੇ, ਮੰਮੀ ਭੁੱਲਦੇ ਨੇ, ਉਹ ਨਦੀਨ ਹੋ ਜਾਂਦੇ ਨੇ। ਉਹ ਬੈਠੇ ਇੱਕ ਵਾਰੀ ਮੇਰੇ ਯਾਦ ਆ ਸਾਰੇ, ਹਾਂ ਨਹੀਂ ਮੰਮੀ ਉਹਨੂੰ ਮੋਥਾ ਕਹਿੰਦੇ ਆ, ਮੋਥਾ ਸੀ। ਬਾਪੂ ਜੀ ਨੇ ਚੱਕ ਕੇ ਖੁਰਪਾ, ਦੁਪਹਿਰਾਂ ਨੂੰ ਦੇਖਿਆ, ਕੁਛ ਨਹੀਂ ਦੇਖਿਆ, ਆ ਸਾਰਾ ਕੱਢ ਕੇ ਦਮ ਲਿਆ। ਮੈਂ ਵੀ ਕਹਿਣਾ ਹੁੰਦਾ ਸੀ ਵੀ ਬਾਪੂ ਜੀ ਬੈਠ ਜਾਓ, ਨਹੀਂ, ਬਸ ਜਿਹੜੇ ਕੰਮ ਨੂੰ ਧਿਆ ਲੈਂਦੇ ਨੇ ਉਹਨੂੰ ਫਿਰ ਸਿਰੇ ਲਾ ਕੇ ਛੱਡਦੇ ਨੇ। ਇਸੇ ਤਰ੍ਹਾਂ ਮੈਂ ਤਾਂ ਮੋਦੀ ਨੂੰ ਵੀ ਕਹੂੰ ਵੀ ਛੇਤੀ ਮੰਨ ਜਾ, ਇਹਨਾਂ ਨੇ ਤੈਨੂੰ ਧਿਆਇਆ ਹੋਇਆ। ਇਹਨਾਂ ਦੇ ਨਾਲ ਹੋਰ ਵੀ ਜਿਹੜੇ ਆਗੂ ਨੇ, ਬਹੁਤ ਬਜ਼ੁਰਗ ਆਗੂ ਨੇ, ਉਹ ਵੀ ਇਹਨਾਂ ਦੇ ਨਾਲ ਹੀ ਲੱਗੇ ਹੋਏ ਨੇ। ਉਹ ਵੀ ਇਹਨਾਂ ਵਾਂਗੂ ਬਹੁਤ ਪੁਰਾਣੇ ਕਿਸਾਨੀ ਮਸਲਿਆਂ ਦੇ ਉੱਤੇ ਨਾਲ ਨੇ। ਇਹ ਮੋਦੀ ਨੂੰ ਮੰਨ ਜਾਣਾ ਚਾਹੀਦਾ, ਇਹ ਮਨਾ ਕੇ ਹਟਣਗੇ। ਅੱਛਾ, ਇੱਕ ਗੱਲ ਦੱਸੋ ਕਿ ਪਰਿਵਾਰ ਨੂੰ ਕਿੰਨਾ ਕੁ ਸਮਾਂ ਦਿੰਦੇ ਨੇ ਜਦੋਂ ਸੰਘਰਸ਼ ਦੇ ਵਿੱਚ ਨਹੀਂ ਹੁੰਦੇ, ਜਦੋਂ ਘਰ ਹੁੰਦੇ ਨੇ, ਉਦੋਂ ਤੁਹਾਡੇ ਲਈ ਕਿੰਨਾ ਕੁ ਸਮਾਂ ਕੱਢਦੇ ਨੇ? ਨਹੀਂ, ਜਦੋਂ ਪਰਿਵਾਰ ਲਈ ਵੀ ਸਮਾਂ ਹੈਗਾ। ਦੇਖੋ, ਬਹੁਤ ਸੂਝਵਾਨ ਨੇ, ਸਿਆਣੇ ਨੇ। ਜਦੋਂ ਤੋਂ ਮੈਂ ਕੰਮ ਕਰਨ ਲੱਗਿਆ, ਪੜ੍ਹਾਈ ਲਿਖਾਈ ਕਰਕੇ, ਉਸ ਤੋਂ ਬਾਅਦ, ਕਿਉਂਕਿ ਉਹਨਾਂ ਦੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਅਸੂਲਾਂ ਕਰਕੇ ਮੈਂ ਕਦੇ ਵੀ ਭਟਕਿਆ ਨਹੀਂ, ਕਦੇ ਵੀ ਕੋਈ ਪੁੱਠੀ ਸਿੱਧੇ ਪਾਸੇ ਨੂੰ ਕਮਾਈ ਵੱਲ ਨੂੰ ਨਹੀਂ ਅਸੀਂ ਗਏ। ਬੜੀ ਸਾਫ ਸੁਥਰੀ ਕਮਾਈ ਕੀਤੀ ਹੈ, ਅਤੇ ਉਹਨਾਂ ਨੂੰ ਪਤਾ ਹੈ, ਉਹ ਨਿਸ਼ਚਿੰਤ ਨੇ। ਹਾਂ, ਫਿਕਰ ਵੀ ਰੱਖਦੇ ਨੇ। ਜੇ ਮੈਤੋਂ ਨਹੀਂ ਕਦੇ ਪੁੱਛਦੇ, ਕਿਸੇ ਹੋਰ ਨੂੰ, ਸਾਡੇ ਬੰਦੇ ਨੂੰ ਪੁੱਛ ਲੈਂਦੇ ਨੇ ਵੀ ਕੰਮ ਠੀਕ ਚੱਲ ਰਿਹਾ, ਅਤੇ ਇੰਨਾ ਵੀ ਭਾਪ ਜਾਂਦੇ ਨੇ ਵੀ ਅੱਜ ਇਹਨਾਂ ਦਾ ਕੰਮ ਖੜਾ ਹੈ। ਉੱਥੇ ਵੀ ਸਾਨੂੰ ਪੁੱਛਦੇ ਨੇ ਵੀ ਜੇ ਕਿਸੇ ਨੂੰ ਕਹਿਣਾ ਸੁਣਨਾ ਤਾਂ ਦੱਸ ਦਿਓ, ਪਰ ਅਸੀਂ ਹੁਣ ਕਈ ਸਾਲਾਂ ਤੋਂ ਉਹਨਾਂ ਨੂੰ ਟੋਟਲੀ ਫ੍ਰੀ ਕੀਤਾ ਹੋਇਆ। ਇੱਕ ਗੱਲ ਦੱਸੋ ਕਿ ਜਦੋਂ ਉਹਨਾਂ ਨੂੰ ਆਪਾਂ ਸਟੇਜਾਂ ਦੇ ਉੱਤੇ ਬੋਲਦੇ ਹੋਏ ਦੇਖਦੇ ਹਾਂ, ਤਾਂ ਇੱਕ ਗੱਲ ਆਮ ਕਹਿੰਦੇ ਨੇ ਕਿ ਮੈਂ ਉਸ ਦਿਨ ਘਰੇ ਜਾਊਂਗਾ ਜਿਸ ਦਿਨ ਸੰਘਰਸ਼ ਜਿੱਤੂਗਾ, ਅਤੇ ਉਸ ਦਿਨ ਮੈਂ ਘਰ ਜਾਣਾਗਾ। ਤੁਸੀਂ ਵਾਰ-ਵਾਰ ਪ੍ਰਯਾਸ ਵੀ ਕੀਤੇ ਕਿ ਵਾਪਸ ਆਓ ਘਰੇ, ਇੱਕ ਵਾਰੀ ਤੁਸੀਂ ਮਿਲਣਾ, ਤੁਸੀਂ ਜਾ ਕੇ ਵੀ ਮਿਲੇ ਹੋ, ਕਾਰਨ ਕੀ ਦੱਸਦੇ ਨੇ ਕਿ ਵਾਪਸ ਕਿਉਂ ਨਹੀਂ ਆਉਣਾ? ਨਹੀਂ, ਮੈਂ ਬਹੁਤ ਵਾਰ ਗਿਆ ਉੱਥੇ, ਮੈਂ ਨਹੀਂ ਉਹਨਾਂ ਨੂੰ ਕਦੇ ਵੀ ਕਿਹਾ ਵੀ ਘਰੇ ਆਓ। ਪੁੱਛ ਲਿਓ ਉਹਨਾਂ ਨੂੰ। ਗੁਰਤੇਜ ਨੇ ਕਿਹਾ, ਮੈਂ ਗੁਰਤੇਜ ਕੋਲੇ ਆ ਜਾਂਦਾ। ਗੁਰਤੇਜ, ਤੁਸੀਂ ਵਾਰ-ਵਾਰ ਉਹਨਾਂ ਨੂੰ ਇਹ ਗੱਲ ਲਈ ਜ਼ੋਰ ਪਾਉਂਦੇ ਹੋ ਕਿ ਘਰ ਆ ਜਾਓ, ਕੋਈ ਗੱਲ ਨਹੀਂ, ਇੱਕ ਵਾਰੀ ਤੁਸੀਂ ਪੰਜਾਬ ਵੀ ਆਏ ਹੋ, ਅਤੇ ਕਿਉਂਕਿ ਪਿਆਰ ਹੁੰਦਾ, ਦਾਦੇ ਦੇ ਨਾਲ ਪਿਆਰ ਹੁੰਦਾ ਆਪਣਾ ਇੱਕ, ਉਹ ਕਿੰਨਾ ਕੁ ਲੱਗਦਾ ਕਿ ਤੁਹਾਨੂੰ ਇੱਕ ਵਾਰੀ ਘਰ ਆ ਜਾਣ? ਕਿਉਂਕਿ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, 103 ਦਿਨ ਹੋ ਗਏ ਨੇ, ਅਤੇ ਕਿਉਂ ਲੱਗਦਾ ਸੀਗਾ ਇੱਕ ਵਾਰੀ ਘਰ ਆਉਣ? ਨਹੀਂ, ਵਿੱਚ ਕਈ ਵਾਰੀ ਜਿਵੇਂ ਫਿਜ਼ੀਕਲੀ ਥੋੜ੍ਹਾ ਵੀਕ ਹੋ ਜਾਂਦੇ ਨੇ, ਮੈਂਟਲੀ ਤਾਂ ਉਹ ਕਦੇ ਵੀਕ ਨਹੀਂ ਹੁੰਦੇ, ਤਾਂ ਫਿਰ ਇੱਦਾਂ ਹੁੰਦਾ ਵੀ 1-2 ਵਾਰੀ ਰੈਸਟ ਹੋ ਜਾਏ ਪ੍ਰੋਪਰ, ਥੋੜ੍ਹਾ ਡਾਈਟ ਠੀਕ ਕਰਾ ਕੇ, ਟੈਸਟ ਕਰਾ ਦਈਏ, ਸਿਹਤ ਪੱਖੋਂ ਜ਼ਿਆਦਾ ਠੀਕ ਨਹੀਂ ਰਹਿੰਦੇ, ਫਿਰ ਥੋੜ੍ਹਾ ਠੀਕ ਕਰਕੇ ਫਿਰ ਚੰਗੀ ਤਰ੍ਹਾਂ ਭੇਜੀਏ ਤਾਂ ਕਿ ਹੁਣ ਫਿਰ 1-2 ਮਹੀਨੇ ਵਧੀਆ ਲੰਘ ਜਾਣ, ਪੂਰੇ ਫਿੱਟ ਰਹਿਣ। ਇਹੀ ਹੁੰਦਾ ਮਕਸਦ, ਹੋਰ ਤਾਂ ਕੀ ਹੁੰਦਾ ਜੀ। ਥੋੜ੍ਹਾ ਰੈਸਟ ਹੋ ਜਾਂਦੇ, ਨਾਲੇ ਮੈਂਟਲੀ ਥੋੜ੍ਹਾ ਬੰਦਾ ਫਰੈਸ਼ ਹੋ ਜਾਂਦਾ। ਕਿੰਨਾ ਕੁ ਪਿਆਰ ਹੈ ਦਾਦੇ ਦੇ ਨਾਲ? ਕਿੰਨਾ ਕੁ ਮੋਹ ਕਰਦੇ ਹੋ ਦਾਦੇ ਦਾ? ਜੇ ਗੱਲਬਾਤ ਕਰਦੇ ਹੋਗੇ, ਫੋਨ ਵੀ ਕਰਦੇ ਹੋਗੇ, ਮੋਹ ਕਿੰਨਾ ਕੁ ਹੈ? ਨਹੀਂ, ਫੋਨ ਤਾਂ ਚਲੋ ਮੈਂ ਰੋਜ਼ ਹੀ ਕਰਦਾ, ਰੋਜ਼ ਮੇਰੀ ਗੱਲ ਹੁੰਦੀ ਹੈ ਉਹਨਾਂ ਨਾਲ, ਅਤੇ ਗੇੜਾ ਵੀ ਮੈਂ ਦੂਜੇ-ਤੀਜੇ ਦਿਨ ਮਾਰੀ ਆਉਣਾ। ਮੈਂ ਚੱਲ ਜਾਂਦਾ, ਫਾਦਰ ਸਾਹਿਬ ਆ ਜਾਂਦੇ ਨੇ, ਜਾਂ ਸਾਡਾ ਗੇੜਾ ਲੱਗਿਆ ਹੀ ਰਹਿੰਦਾ। ਮੋਹ ਸ਼ੁਰੂ ਤੋਂ ਇੱਕ ਹੁੰਦਾ ਹੀ ਹੈ ਜੀ ਦਾਦੇ ਪੋਤੇ ਦਾ। ਮੇਰੀ ਤਾਂ ਉਹਨਾਂ ਨਾਲ ਵੀ ਯਾਰਾਂ ਦੋਸਤਾਂ ਵਾਲੀ ਯਾਰੀ ਹੈ ਸਾਡੀ। ਮੇਰਾ ਉਹ ਬਹੁਤ ਕਰਦੇ ਆ, ਅਤੇ ਸ਼ੁਰੂ ਤੋਂ ਘੁਮਾਇਆ ਫਿਰਾਇਆ ਬਹੁਤ ਹੈ, ਮੇਰਾ ਬਹੁਤ ਪਿਆਰ ਆ ਉਹਨਾਂ ਨਾਲ। ਸਭੀ ਜੀ, ਮੈਂ ਗੱਲ ਪੁੱਛਾਂ ਤੁਹਾਨੂੰ, ਤੇ ਇੱਕ ਗੱਲ ਦੱਸੋ ਕਿ ਜਦੋਂ ਘਰੇ ਆਉਂਦੇ ਨੇ ਤੁਹਾਡੇ ਨਾਲ ਕਿੰਨਾ ਕੁ ਸਮਾਂ ਬਤੀਤ ਕਰਦੇ ਨੇ, ਜਾਂ ਫਿਰ ਇੱਧਰ ਨੂੰ ਆਏ, ਇੱਧਰ ਨੂੰ ਚੱਲ ਗਏ, 2 ਬੰਦੇ ਆ ਕੇ ਬਹਿ ਗਏ ਉਹਨਾਂ ਕੋਲੇ ਵੀ ਅੱਜ ਇੱਥੇ ਚੱਲਦੇ ਆ ਰੈਲੀ ਤੇ, ਅੱਜ ਇੱਥੇ ਚੱਲਦੇ ਆ, ਤੁਹਾਡੇ ਨਾਲ ਕਿੰਨਾ ਕੁ ਸਮਾਂ ਬਤੀਤ ਕਰਦੇ ਨੇ? ਮੇਰੀ ਗੱਲ ਸੁਣ। ਕੀ ਦੇਖਦੇ ਹੋ ਗੁਰਦੀਪ?
ਰਮਾਇਣ ਲੈ ਉਹ ਇੱਕ ਵਾਰੀ ਦੇਖ ਲਿਓ ਵੀ ਮੈਨੂੰ ਫਿਰ ਕਹਿਣ ਇਹਦਾ ਕੀ ਦੇਖਣਾ। ਉਹ ਤਾਂ ਕਦੇ ਮੈਨੂੰ ਰਾਮਲੀਲਾ ਦੇਖਣ ਨਹੀਂ ਸੀ ਜਾਣ ਦਿੰਦੇ, ਕਹਿੰਦੇ ਉਹਦਾ ਕੀ ਦੇਖ ਕੇ ਆਉਣਾ। ਇੱਕ ਗੱਲ ਦੱਸੋ ਬੀਬੀ ਜੀ, ਤੁਸੀਂ ਕਹਿੰਦੇ ਸੀ ਕਿ ਥੀਏਟਰ 'ਚ ਫਿਲਮ ਵੀ ਦੇਖ ਕੇ ਆਏ ਸੀ, ਕਿਹੜੀ ਫਿਲਮ ਦੇਖੀ ਸੀ ਬਾਪੂ ਜੀ ਨਾਲ? ਨਹੀਂ ਉਹ ਨਹੀਂ ਸੀ ਗਏ, ਉਹ ਨਹੀਂ ਸੀ ਗਏ ਮੇਰੇ ਨਾਲ। ਹਾਂ ਮੇਰੀ ਭੂਆ ਜੀ ਸੀ, ਅਰਜਨ ਕਹਿੰਦੇ ਸੀ, ਅਰਜਨ ਫਿਲਮ ਸੀ। ਉਹ ਨਵਾਂ ਥੀਏਟਰ ਖੁੱਲਿਆ ਸੀਗਾ 34 'ਚ। ਸੋ ਬਿਲਕੁਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪਰਿਵਾਰ ਦੇ ਨਾਲ ਕਿ ਉਹਨਾਂ ਦਾ ਵਿਚਰਨਾ ਕਿਹੋ ਜਿਹਾ ਹੈਗਾ? ਜਦੋਂ ਘਰੇ ਆਉਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਵਿਚਰਦੇ ਨੇ ਪਰਿਵਾਰ ਦੇ ਨਾਲ? ਨਹੀਂ, ਉਹ ਪੂਰੇ ਫੈਮਿਲੀ ਦੇ ਵਿੱਚ ਸਾਨੂੰ ਪੂਰਾ ਟਾਈਮ ਦਿੰਦੇ ਨੇ ਤੇ ਮੇਰੇ ਨਾਲ ਵੀ ਪੂਰਾ ਹਰ ਇੱਕ ਬੰਦੇ ਨਾਲ ਪੂਰਾ ਮਤਲਬ ਖੁੱਲ ਕੇ, ਉਹਨਾਂ ਨਾਲ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ, ਅਸੀਂ ਕੋਈ ਫੀਲ ਨਹੀਂ ਕਰਦੇ। ਸਾਨੂੰ ਖੁਦ ਸਾਰਿਆਂ ਨੂੰ ਲੈ ਜਾਂਦੇ ਨੇ ਘੁਮਾਉਣ, ਚੰਡੀਗੜ੍ਹ ਕਹਿੰਦੇ ਚਲੋ ਚੱਲੀਏ। ਬਹੁਤ ਹਰ ਚੀਜ਼ ਦੇ ਵਿੱਚ ਉਹ ਪਾਰਟ ਲੈਂਦੇ ਨੇ, ਸ਼ੌਕੀਨ ਨੇ ਉਹ। ਟਾਈਮ ਦੇ ਕਿੰਨੇ ਕੁ ਪਾਬੰਦ ਨੇ? ਕਿਉਂਕਿ ਹੁੰਦਾ ਨਾ, ਅਸੀਂ ਉੱਥੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਜਦੋਂ ਇੰਟਰਵਿਊ ਤੋਂ ਥੋੜਾ ਲੇਟ ਹੋ ਜਾਈਏ ਫਿਰ ਉਹ ਨਹੀਂ ਉਹ ਮਿਲਦੇਗੇ। ਟਾਈਮ ਦੇ ਬੜੇ ਪਾਬੰਦ ਨੇ। ਘਰੇ ਕਿੰਨਾ ਕੁ ਟਾਈਮ ਦੀ ਜਿਹੜੀ ਉਸ ਸਮੇਂ ਦੀ ਪਾਬੰਦ ਕਿੰਨੇ ਕੁ ਨੇ? ਟਾਈਮ ਦੇ ਤਾਂ ਉਹ ਪਾਬੰਦ ਸ਼ੁਰੂ ਤੋਂ ਹੀ ਨੇ। ਖਾਣਾ ਵੀ ਜੇ ਉਹਨਾਂ ਦਾ ਲੇਟ ਹੋ ਜਾਏ ਨਾ ਤਾਂ ਉਹਨਾਂ ਨੇ ਸਾਨੂੰ ਦੂਜੀ ਵਾਰੀ ਨਹੀਂ ਕਹਿਣਾ ਵੀ ਖਾਣਾ ਨਹੀਂ ਦਿੱਤਾ। ਗੱਡੀ 'ਚ ਬੈਠੇ ਹੋਣਗੇ, ਖਾਣਾ ਪਿਆ ਹੀ ਛੱਡ ਜਾਂਦੇ ਨੇ ਉਹ। ਅਸੀਂ ਇਸ ਗੇਟ ਤੋਂ ਫਿਰ ਇੱਧਰਲੇ ਗੇਟ ਤੇ ਖੜਦੇ ਹਾਂ ਕਿ ਨਹੀਂ ਖਾ ਕੇ ਜਾਓ। ਨਹੀਂ, ਟਾਈਮ ਤਾਂ ਉਹਨਾਂ ਦਾ 1 ਮਿੰਟ ਵੀ ਲੇਟ ਹੋ ਜਾਏ ਬਸ ਲੇਟ ਨੇ ਫਿਰ ਉਹ। ਜਦੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਬੀਜੀ ਕੋਈ ਦਵਾਈ ਨਹੀਂ ਲੈਂਦੇ ਤੇ ਬਾਪੂ ਜੀ ਦੀ ਦਵਾਈਆਂ ਬਹੁਤ ਚੱਲਦੀਆਂ ਨੇ। ਫਿਰ ਬੀਜੀ ਤੁਸੀਂ ਦਿੱਤਾ ਨਹੀਂ ਕੋਈ ਗੁਰਮੰਤਰ ਵੀ ਦਵਾਈਆਂ ਨਹੀਂ ਲੈਣੀਆਂ? ਮੈਂ ਕਹਿੰਦੀ ਆ ਵੀ ਹੁਣ ਆਪਾਂ ਵੀ ਤੁਸੀਂ ਹੁਣ ਪ੍ਰਮਾਤਮਾ ਦਾ ਨਾਮ ਇੰਨਾ ਲੈਂਦੇ ਹੋ, ਮੈਨੂੰ ਫੜਾ ਦਿਓ ਸਾਰਾ ਲਿਫਾਫਾ ਦਵਾਈਆਂ ਵਾਲਾ, ਮੈਂ ਬਾਹਰ ਫੈਂਕ ਦੇਣਾ, ਅੱਜ ਤੋਂ ਬਾਅਦ ਦਵਾਈ ਨਾ ਲਿਓ। ਮੈਂ ਕਹਿੰਦੀ ਆ ਬਹੁਤ। ਕਿੰਨਾ ਕੁ ਪਾਠ ਵੱਲ ਕਿੰਨਾ ਕੁ ਧਿਆਨ ਆ ਉਹਨਾਂ ਦਾ? ਕਿਉਂਕਿ ਉੱਥੇ ਵੀ ਅਸੀਂ ਦੇਖਿਆ ਕਈ ਵਾਰੀ ਅਸੀਂ ਇੰਟਰਵਿਊ ਕਰਨ ਗਏ ਤੇ ਉਹ ਕਹਿ ਦਿੰਦੇ ਨੇ ਕਿ ਅੰਦਰ ਪਾਠ ਕਰ ਰਹੇ ਨੇ, ਬਾਅਦ ਦੇ ਵਿੱਚ ਗੱਲ ਕਰਦੇ ਆ। ਕਿੰਨਾ ਕੁ ਪਾਠ ਪੂਜਾ ਵੱਲ ਕਿੰਨਾ ਕੁ ਧਿਆਨ ਆ ਉਹਨਾਂ ਦਾ? ਬਹੁਤ ਸੱਚੇ ਮਨ ਨਾਲ ਉਹ ਬਾਣੀ ਪੜ੍ਹਦੇ ਨੇ, ਬਹੁਤ ਸੱਚੇ ਮਨ। ਇੱਕ ਗੱਲ ਦੱਸੋ ਕਿ ਪਿਛਲੇ ਦਿਨਾਂ ਦੇ ਵਿੱਚ ਨਾ ਬੜੀ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਅਫਵਾਹਾਂ ਉੱਡੀਆਂ ਨੇ ਕਿ ਮਹਿੰਗੇ ਹੋਟਲਾਂ ਦੇ ਵਿੱਚ ਰਹਿੰਦੇ ਨੇ, ਬੜਾ ਪੈਸਾ ਬਣਾ ਲਿਆ ਇਹਨਾਂ ਆਗੂਆਂ ਨੇ। ਮੈਂ ਪੁੱਛਣਾ ਚਾਹੁੰਦਾ ਕਿੰਨਾ ਕੁ ਪੈਸਾ ਜਿਹੜਾ ਉਹ ਬਣਾ ਲਿਆ, ਕਿੰਨੀ ਕੁ ਪ੍ਰਾਪਰਟੀਆਂ ਬਣਾ ਲਈਆਂ? ਪ੍ਰਾਪਰਟੀਆਂ ਤੁਹਾਡੇ ਅੱਗੇ ਹੀ ਨੇ ਵੀ ਕਿਹੜੀਆਂ ਬਣਾਈਆਂ ਨੇ। ਇਹ ਜਿਹੜਾ ਮਕਾਨ ਵੀ ਬਣਾਇਆ ਨਾ, ਇਹ ਦੇਖੋ ਬਹੁਤ ਦੇਣ ਆ ਉਹਨਾਂ ਦੀ ਮੇਰੇ ਲਈ। ਉਹਨਾਂ ਨੇ ਮੈਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ। ਉਸ ਐਜੂਕੇਸ਼ਨ ਦੇ ਬਦੌਲਤ ਹੀ ਮੈਂ ਸੰਨ 88 ਤੋਂ ਕੰਮ 'ਚ ਪੈ ਗਿਆ। ਪ੍ਰਾਪਰਟੀ ਤਾਂ ਆਹੀ ਹੈ ਜਿਹੜੀ ਅਸੀਂ ਬਣਾਈ ਆ। ਇਹ ਵੀ ਉਦੋਂ ਬਾਰ-ਬਾਰ ਹੋਇਆ ਕਰਦੀ ਸੀ। ਜੇ ਕਿਤੇ ਸ਼ਹਿਰ 'ਚ ਲੈਣੀ ਪੈਂਦੀ ਹੋ ਸਕਦਾ ਬਹੁਤ ਥੋੜ੍ਹੀ ਜਿਹੀ ਜਗ੍ਹਾ ਮਿਲਦੀ, ਬਾਰ-ਬਾਰ ਜਗ੍ਹਾ ਲੈ ਕੇ ਆਹੀ ਬਣਾਇਆ ਜੋ ਬਣਾਇਆ। ਬਾਕੀ ਕਹਿਣ ਨੂੰ ਤਾਂ ਲੋਕ ਕਈ ਬਹੁਤ ਕੁਝ ਕਹਿ ਦਿੰਦੇ ਨੇ। ਕਈ ਵਾਰ ਰੈਲੀਆਂ 'ਚ ਜਾਈਦਾ, ਚੰਡੀਗੜ੍ਹ ਚਲੇ ਗਏ, ਕਿਤੇ ਚਲੇ ਗਏ। ਮੈਂ ਤੁਹਾਨੂੰ ਇੱਕ ਵਾਰ ਦੀ ਹਾਸੋਹੀਣੀ ਗੱਲ ਸੁਣਾਉਣਾ। ਇੱਕ ਵਾਰੀ 34 ਸੈਕਟਰ 'ਚ ਇੱਕ ਰੈਲੀ ਸੀ, ਉੱਥੇ ਇਕੱਠ ਹੋਣਾ ਕੋਈ 10-12 ਹਜ਼ਾਰ ਬੰਦੇ ਦਾ। ਅਸੀਂ ਐਂ ਖੜ੍ਹੇ ਹਾਂ, ਪਿੱਛੇ ਸੱਜਣ ਖੜ੍ਹੇ ਨੇ ਸਾਡੇ, ਮੇਰੇ ਨਾਲ ਹੋਰ ਵੀ ਬੰਦੇ ਖੜ੍ਹੇ ਸੀਗੇ ਨਾਲ। ਉਹ ਮੇਰੇ ਕੋਲ ਭੱਜੇ ਆਏ। ਉਹ ਮੈਨੂੰ ਕਹਿੰਦੇ ਵੀਰ ਵੀ ਤੂੰ ਆ ਰੈਲੀ ਨੂੰ ਛੱਡ, ਚੱਲ ਆਪਾਂ ਕੋਠੀਆਂ ਲੱਭ ਕੇ ਆਈਏ। ਮੈਂ ਕਿਹਾ ਕਿਹੜੀਆਂ ਕੋਠੀਆਂ ਲੱਭ ਕੇ ਆਈਏ? ਕਹਿੰਦਾ ਯਾਰ ਪਿੱਛੇ ਬੰਦੇ ਖੜ੍ਹੇ ਕਹਿੰਦੇ ਨੇ ਵੀ ਰਾਜੇ ਵਾਲੇ ਦੀਆਂ ਤਾਂ ਚੰਡੀਗੜ੍ਹ 'ਚ 3 ਕੋਠੀਆਂ ਨੇ। ਉਹ ਮੈਂ ਕਿਹਾ ਤੁਸੀਂ ਬਹਿਸ ਨਾ ਕਰੋ ਵੀ ਇਹੋ ਜਿਹੇ ਲੋਕ ਹੁੰਦੇ ਨੇ। ਉਹ ਨਹੀਂ ਯਾਰ ਆਪਾਂ ਕੋਠੀਆਂ ਦਾ ਲੱਭੀਏ, ਤੂੰ ਖਿਆਲ ਨਹੀਂ ਕਰਦਾ। ਅਤੇ ਇਸੇ ਤਰ੍ਹਾਂ ਕੋਈ ਕਹਿੰਦਾ ਜੀ ਰਾਜੇਵਾਲ ਕੋਲ ਇੱਕ ਦਿਨ ਗੱਲ ਆਈ ਜੀ, ਰਾਜੇਵਾਲ ਕੋਲ ਤਾਂ ਜ਼ਮੀਨ ਬਹੁਤ ਖਰੀਦੀ ਹੋਈ ਹੈ। ਉਹ ਬੰਦੇ ਉਹਦੇ ਨਾਲ ਬਹਿਸ ਪਏ, ਭਾਵੇਂ ਉਹ ਹੋਰ ਵੀ ਗਰੁੱਪ ਦੇ ਸੀ, ਜਿਹੜੇ ਬਹਿਸੇ ਵੀ ਉਹ ਹੋਰ ਗਰੁੱਪ ਦੇ ਸੀਗੇ। ਉਹ ਕਹਿੰਦੇ ਯਾਰ ਅਸੀਂ ਕੋਲ ਰਹਿੰਦੇ ਹਾਂ, ਸਾਨੂੰ ਪਤਾ ਉਹਨਾਂ ਕੋਲ ਕੀ ਹੈ ਕੀ ਨਹੀਂ ਹੈਗਾ। ਉਹਨਾਂ ਨੇ ਜਦ ਮੈਨੂੰ ਦੱਸਿਆ ਉਹ ਜੀ ਫਲਾਣਾ ਬੰਦਾ ਐਂ ਕਹਿੰਦਾ, ਮੈਂ ਕਿਹਾ ਯਾਰ ਬੈਸੀ ਤਾਂ ਨਹੀਂ ਹੁੰਦਾ। ਤੁਸੀਂ ਉਹਨੂੰ ਕਹਿਣਾ ਸੀ ਵੀ ਭਰਾਵਾ ਤੂੰ ਉਹ ਫਰਦ ਲਿਆ, ਜ਼ਮੀਨ ਦੀ ਫਰਦ ਲਿਆ ਵੀ ਕਬਜ਼ਾ ਲਈਏ, ਕਬਜ਼ਾ ਲੈ ਕੇ ਜਿੰਨੇ ਤੂੰ ਰੱਖਣੇ ਤੂੰ ਰੱਖ ਲਾ, ਬਾਕੀ ਦੇ ਆਪਾਂ ਵੇਚ ਵੱਟ ਕੇ ਯੂਨੀਅਨ ਵਾਲਿਆਂ ਨੂੰ ਇਹ ਦੇ ਦਈਏ। ਹੁਣ ਅੰਦੋਲਨ ਚੱਲਦਾ, ਉਹਨਾਂ ਨੂੰ ਪੈਸਿਆਂ ਦੀ ਲੋੜ ਹੈ। ਆਪਣੇ ਕੋਲ ਤਾਂ ਜਿਹੜੀ ਪਿੰਡ ਵਾਲੀ ਆ ਉਹੀ ਰਹਿ ਜਾਵੇ, ਬਸ ਇੰਨਾ ਹੀ ਬਹੁਤ ਆ। ਇਸ ਕਰਕੇ ਲੋਕ ਤਾਂ ਬਹੁਤ ਕੁਛ ਕਹਿੰਦੇ ਆ, ਪਰਮਾਤਮਾ ਦਾ ਦਿੱਤਾ ਇੰਨਾ ਹੀ ਬਹੁਤ ਹੈ ਵੀ ਜਦੋਂ ਵੀ ਚਾਹੀਦਾ ਕੁਛ ਵੀ ਖਾਣ ਨੂੰ ਉਹ ਮਿਲ ਜਾਵੇ, ਪਹਿਨਣ ਨੂੰ ਜੋ ਚਾਹੀਦਾ ਉਹ ਮਿਲ ਜਾਵੇ, ਇੰਨਾ ਹੀ ਬਹੁਤ ਆ। ਅਤੇ ਬਾਕੀ ਤੰਦਰੁਸਤੀ ਬਖਸ਼ੇ, ਹੋਰ ਕੁਛ ਬਾਪੂ ਜੀ ਨੇ ਕਦੇ ਕੀਤੀ ਹੈ ਖੇਤੀ ਤੁਹਾਨੂੰ ਯਾਦ ਹੋਵੇ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਜਥੇਬੰਦੀਆਂ ਦੇ ਕੰਮਾਂ ਦੇ ਵਿੱਚ ਕਦੇ ਇੱਧਰ ਨੂੰ ਚਲੇ ਗਏ ਕਦੇ ਉੱਧਰ ਨੂੰ ਚਲੇ ਗਏ, ਤਾਂ ਖੇਤੀਬਾੜੀ ਲਈ ਅਤੇ ਪਰਿਵਾਰ ਲਈ ਸਮਾਂ ਬਹੁਤ ਘੱਟ ਮਿਲਦਾ। ਉਹਨਾਂ ਨੂੰ ਦੇਖਿਆ ਕਦੇ ਖੇਤੀਬਾੜੀ ਕਰਦਿਆਂ ਨੂੰ, ਜਾਂ ਫਿਰ ਕੌਣ ਸਾਂਭਦਾ ਸੀ ਜਦੋਂ ਉਹ ਇਸ ਕੰਮ ਦੇ ਵਿੱਚ ਹੁੰਦੇ ਸੀ? ਉਹਨਾਂ ਦੀ ਜਿਹੜੀ ਤੁਹਾਡੀ ਖੇਤੀਬਾੜੀ ਸੀ ਉਹ ਕੌਣ ਸਾਂਭਦਾ ਸੀ? ਜਿਹੜੀ ਖੇਤੀਬਾੜੀ ਸੀ ਨਾ ਉਹ ਜ਼ਿਆਦਾ ਮੇਰੇ ਤਾਏ ਜੀ ਉਹਦੀ ਸਾਂਭਦੇ ਸੀ। ਇਹਨਾਂ ਦੇ 2 ਵੱਡੇ ਬ੍ਰਦਰ ਨੇ। ਤਾਇਆ ਜੀ ਸਾਡੇ ਵੱਡੇ ਤਾਇਆ ਜੀ ਦੀ ਡੈਥ ਹੋ ਗਈ। ਹੀ ਵਾਜ਼ ਵੈਰੀ ਨਾਈਸ ਗਾਏ, ਬਹੁਤ ਵਧੀਆ ਪਰਸਨ ਸੀ ਉਹ। ਸਾਰੇ ਬੱਚਿਆਂ ਨੂੰ ਬਹੁਤ
ਪਿਆਰ ਕਰਦੇ ਹੁੰਦੇ ਸੀਗੇ। ਤੇ ਖੇਤੀ ਦੀ ਜ਼ਿਆਦਾ ਦੇਖ ਰੇਖ ਵੱਡੇ ਤਾਇਆ ਜੀ ਕਰਦੇ, ਛੋਟੇ ਤਾਇਆ ਜੀ ਆਪ ਹੱਥੀਂ ਕੰਮ ਕਰਿਆ ਕਰਦੇ ਸੀ। ਤੇ ਬਾਪੂ ਜੀ ਉਹਨਾਂ ਨੂੰ ਟਾਈਮ ਟੂ ਟਾਈਮ ਗਾਈਡੈਂਸ ਦਿੰਦੇ ਸੀਗੇ। ਜੇ ਕੋਈ ਨਵੀਂ ਫਸਲ ਆਉਂਦੀ ਆ ਉਹਦੇ ਬਾਰੇ ਵੀ ਦੱਸਦੇ ਸੀ। ਖੈਰ ਉਸ ਸਮੇਂ ਸਾਡਾ ਪਿੰਡ ਹੈ, ਜੇ ਤੁਹਾਨੂੰ ਲੈ ਕੇ ਚੱਲੀਏ, ਅੱਜ ਤਾਂ ਹੁਣ ਰੋਡਸ ਹੋ ਗਈਆਂ। ਮੈਂ ਖੁਦ ਦੇਖਿਆ ਇੱਕ ਕਲਾਹੇ ਤੋਂ ਕੱਚਾ ਪਹਾ ਹੋਇਆ ਕਰਦਾ ਸਾਡੇ ਪਿੰਡ ਨੂੰ। ਤੇ ਬਾਪੂ ਜੀ ਤਾਂ ਸ਼ੁਰੂ ਤੋਂ ਹੀ ਆਪਣੀ ਜਿਹੜੀ ਲਾਈਫ ਹੈ ਉਹਨਾਂ ਨੇ ਲੋਕਾਂ ਲਈ ਉਹ ਲਾਈ ਹੈ। ਸਾਡੇ ਪਿੰਡ ਨੂੰ ਸੜਕ ਵੀ ਬਣਵਾਈ, ਸਾਡੇ ਪਿੰਡ ਨੂੰ ਟੈਂਪੂ ਵੀ ਲਵਾਏ। ਪਹਿਲਾਂ ਟੈਂਪੂ ਹੋਇਆ ਕਰਦੇ ਸੀਗੇ, ਫਿਰ ਕਈ ਬੰਦਿਆਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਵੀ ਦਵਾਏ, ਪਰ ਆਪ ਨਹੀਂ ਕੁਛ ਵੀ ਲਿਆ, ਲੋਕਾਂ ਨੂੰ ਇਹ ਕਰਵਾਉਂਦੇ ਰਹੇ। ਅੱਜ ਸਾਡੇ ਪਿੰਡ ਨੂੰ ਪ੍ਰਧਾਨ ਮੰਤਰੀ ਯੋਜਨਾ ਦੀ ਰੋਡ ਵੀ ਬਣੀ ਹੋਈ ਹੈ। ਪਿੰਡ ਦੀ ਕਾਫੀ ਤਰੱਕੀ 'ਚ ਬਾਪੂ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਇੱਕ ਗੱਲ ਹੋਰ ਦੱਸੋ ਕਿ ਇੱਕ ਵਾਰੀ ਜੇਲ੍ਹ ਦੇ ਵਿੱਚ ਰਹੇ ਸਾਰਾ ਟੱਬਰ, ਤੁਹਾਡੇ ਬਾਪੂ ਜੀ ਦੇ ਜਿਹੜੇ ਬਾਪੂ ਜੀ ਸੀਗੇ, ਤੁਹਾਡੇ ਦਾਦਾ ਜੀ, ਉਹ ਇਕੱਲੇ ਰਹਿ ਗਏ ਸੀ ਘਰੇ। ਉਹ ਕੀ ਚੱਕਰ ਕੀ ਸੀਗਾ, ਕਹਾਣੀ ਕੀ ਸੀ, ਕਿੰਨੀ ਕੁ ਉਮਰ ਸੀ ਉਸ ਵੇਲੇ ਤੁਹਾਡੀ, ਕੀ ਸੋਚਦੇ ਹੋ, ਕਾਰਨ ਕੀ ਬਣਿਆ ਸੀ ਉਸ ਵੇਲੇ? ਉਦੋਂ ਮੇਰੀ ਏਜ ਸਾਰੀ 12-14 ਸਾਲ ਦੀ ਏਜ ਹੋਣੀ ਹੈ। ਮੈਂ ਇੱਥੇ ਹੈ ਨਹੀਂ ਸੀ, ਕਿਉਂਕਿ ਅਸੀਂ ਹੋਸਟਲ 'ਚ ਪੜ੍ਹਨ ਲਾਇਆ ਸੀ। ਸਾਨੂੰ ਬਾਪੂ ਜੀ ਨੇ ਸੰਨ 75 'ਚ ਹੋਸਟਲ 'ਚ ਪੜ੍ਹਨ ਲਾਤਾ ਸੀਗਾ। ਅਤੇ ਉਦੋਂ ਇਹਨਾਂ ਦਾ ਮੋਰਚਾ ਚੱਲਦਾ ਸੀਗਾ ਬਿਜਲੀ ਦਾ। ਹੋਇਆ ਕੀ ਸੀ ਵੀ ਬਿਜਲੀ ਦੇ ਮੋਰਚੇ ਦੇ ਵਿੱਚ ਨਾ ਕਈ ਵਾਰੀ ਬਿਜਲੀ ਬੋਰਡ ਵਾਲੇ ਕਨੈਕਸ਼ਨ ਕੱਟਣ ਆ ਜਾਂਦੇ ਸੀ ਮੋਟਰਾਂ ਦੇ। ਇਹਨਾਂ ਨੇ ਮੋਟਰਾਂ ਦੇ ਬਿੱਲ ਰੁਕੇ ਹੋਏ ਸੀਗੇ। ਅਤੇ ਉਹ ਸਾਡੇ ਪਿੰਡ ਕੀ ਹਰੇਕ ਪਿੰਡ 'ਚ ਹੋਕਾ ਦਿੱਤਾ ਹੋਇਆ ਸੀ ਕਿਸਾਨ ਯੂਨੀਅਨ ਦਾ ਕਿ ਜਿਹੜਾ ਵੀ ਆਉਂਦਾ ਉਹਨੂੰ ਚੁੱਪ ਕਰਕੇ ਬਿਠਾ ਲਓ, ਉਹਨੂੰ ਰੋਟੀ ਪਾਣੀ ਖਿਲਾਓ, ਜਿੰਨੇ ਦਿਨ ਉਹਨੂੰ ਰੱਖਣਾ ਉੱਥੇ ਰੱਖੋ। ਜਦ ਉਹ ਕਹੂਗਾ ਵੀ ਮੈਂ ਨਹੀਂ ਹੁਣ ਤੋਂ ਬਾਅਦ ਪਿੰਡ 'ਚ ਆਉਂਦਾ, ਉਹਨੂੰ ਫਿਰ ਛੱਡ ਦਿੱਤਾ ਜਾਂਦਾ ਸੀ। ਸਾਡੇ ਪਿੰਡ 'ਚ ਇੱਦਾਂ ਦੇ, ਕਿਉਂਕਿ ਸਾਡਾ ਪਿੰਡ ਮੋਹਰੀਆਂ 'ਚੋਂ ਹੈ। ਸਾਡੇ ਪਿੰਡ ਤੋਂ ਭਗਤ ਪੂਰਨ ਸਿੰਘ ਜੀ ਹੋਏ ਨੇ ਪਿੰਗਲਵਾੜੇ ਵਾਲੇ। ਉਸ ਤੋਂ ਬਾਅਦ ਮੈਂ ਮਾਣ ਨਾਲ ਕਹੂੰਗਾ ਵੀ ਫਾਦਰ ਸਾਹਿਬ ਦਾ ਨਾਂ ਆਉਂਦਾ ਹੈ। ਅਤੇ ਸਾਡੇ ਪਿੰਡ ਦੇ ਵਿੱਚੋਂ ਟੀਮਾਂ ਬਣਾਈਆਂ ਗਈਆਂ ਮੁੰਡਿਆਂ ਨੇ। ਉਸ ਟਾਈਮ ਜਿਹੜੇ ਮੁੰਡੇ ਸੀ, ਅੱਜ ਉਹ ਬਜ਼ੁਰਗ ਹੋ ਗਏ, ਉਹਨਾਂ ਨੇ ਟੀਮਾਂ ਬਣਾਈਆਂ। ਜੇ ਕਿਤੇ ਬਿਜਲੀ ਵਾਲੇ ਤਾਰਾਂ ਲਾ ਕੇ ਲੈ ਜਾਂਦੇ ਸੀ, ਸਾਡੇ ਪਿੰਡੋਂ ਟੀਮਾਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਦੂਰ ਜਾ ਕੇ ਉਹ ਟੀਮਾਂ ਜਾ ਕੇ ਉਹ ਲਾਈਨਾਂ ਨੂੰ ਠੀਕ ਕਰਕੇ ਲੋਕਾਂ ਦੀਆਂ ਮੋਟਰਾਂ ਚਾਲੂ ਕਰ ਦਿੰਦੇ ਸੀ। ਇਸ ਕਰਕੇ ਸਾਡੇ ਪਿੰਡ 'ਤੇ ਪੁਲਿਸ ਦੀ ਬਹੁਤ ਭਾਰੀ ਰੇਡ ਹੋਈ। ਉਦੋਂ ਜਦ ਰੇਡ ਹੋਈ ਪਿੰਡ ਦੇ ਵਿੱਚ, ਸਿਖਰ ਦੁਪਹਿਰੇ ਰੇਡ ਹੋਈ, ਉਹ ਲੋਕ ਜਿਹੜੇ ਜ਼ਿਮੀਂਦਾਰ ਸੀ ਉਹ ਜਾਂ ਖੇਤਾਂ ਸੀ ਜਾਂ ਬਾਹਰ ਸੀ। ਸਾਡੇ ਪਿੰਡ ਦੇ ਵਿੱਚੋਂ ਮੇਰੇ ਤਾਈ ਜੀ ਨੇ ਔਰਤਾਂ ਇਕੱਠੀਆਂ ਕੀਤੀਆਂ। ਜਦ ਪੁਲਿਸ ਸਾਰੀ ਪਿੰਡ 'ਚ ਆ ਗਈ, ਪਿੰਡ ਦੇ ਆਲੇ ਦੁਆਲੇ ਨਾਕੇ ਲਾਤੇ। ਨਾਕੇ ਕਾਹਦੇ ਹੁੰਦੇ ਸੀ? ਟਰਾਲੀਆਂ ਖੜਾਤੀਆਂ, ਰੇਹੜੀਆਂ ਹੁੰਦੀਆਂ ਸੀ, ਉਹ ਲਾਤੀਆਂ। ਪੁਲਿਸ ਨੂੰ ਬਾਹਰ ਨਿਕਲ ਨਹੀਂ ਦਿੱਤਾ। ਜੇ ਪੁਲਿਸ ਧੱਕਾ ਕਰਨ ਲੱਗੀ, ਪੁਲਿਸ ਦਾ ਧੱਕਾ ਵੀ ਸਹਿਆ, ਪੁਲਿਸ ਨਾਲ ਹੱਥੋਂ ਪਾਈ ਵੀ ਹੋਏ। ਅਤੇ ਪੁਲਿਸ ਤੋਂ ਫਿਰ ਨਾਅਰੇ ਲਵਾਏ ਪਿੰਡ ਦਿਆਂ ਨੇ। ਉਸ ਟਾਈਮ ਪੁਲਿਸ ਤੋਂ ਨਾਅਰੇ ਲਵਾਏ, ਕਿਸਾਨੀ ਦੇ, ਜਿੰਦਾਬਾਦ ਦੇ ਨਾਅਰੇ ਲਵਾਏ। ਅਤੇ ਅੱਜ ਤੱਕ ਸਾਡੇ ਪਿੰਡ 'ਚ ਕਦੇ ਪੁਲਿਸ ਨਹੀਂ ਵੜੀ। ਫਿਰ ਉਦੋਂ ਸਾਡੇ ਪਰਿਵਾਰ ਨੂੰ, ਮੇਰੇ ਇੱਕ ਤਾਈ ਜੀ ਵੱਡਿਆਂ ਨੂੰ, ਦੋਨੋਂ ਤਾਇਆ ਜੀ ਨੂੰ ਜੇਲ੍ਹ 'ਚ ਲੈ ਜਾਣਾ ਪਿਆ। ਬਾਪੂ ਜੀ ਵੀ ਜੇਲ੍ਹ ਗਏ। ਅਤੇ ਮੇਰੇ ਦਾਦਾ ਜੀ, ਜਿਨ੍ਹਾਂ ਨੂੰ ਪੈਰਾਲਾਈਸਿਸ ਦਾ ਅਟੈਕ ਸੀਗਾ, ਉਹ ਇਕੱਲੇ ਘਰੇ ਰਹਿ ਗਏ ਸੀ। ਅਤੇ ਉਹ ਤੋਂ ਬਾਅਦ ਕਣਕ ਦੀ ਵਾਢੀ ਸੀ। ਅੱਜ ਵੀ ਅਸੀਂ ਧੰਨਵਾਦੀ ਹਾਂ ਲੋਕਾਂ ਦੇ। ਪਤਾ ਨਹੀਂ ਕਿੱਥੋਂ ਕਿਸੇ ਨੇ ਸੁਨੇਹਾ ਨਹੀਂ ਦਿੱਤਾ। ਪੰਜਾਬ ਦੇ ਕੋਨੇ 'ਚੋਂ ਇੰਨੇ ਲੋਕ ਪਿੰਡ 'ਚ ਆ ਗਏ, ਟਰੈਕਟਰ ਲੈ ਕੇ ਆਏ। ਅੱਛਾ, ਟਰੈਕਟਰ, ਥ੍ਰੈਸ਼ਰ ਲੈ ਕੇ ਆਏ। ਮੈਂ ਕਹੂੰਗਾ ਵੀ ਪਿੰਡ ਨੇ ਇੰਨਾ ਸਾਥ ਦਿੱਤਾ ਉਦੋਂ, ਅਤੇ ਲੋਕਾਂ ਨੇ ਇੰਨਾ ਸਾਥ ਦਿੱਤਾ। ਪਿੰਡ ਦੇ ਲੋਕਾਂ ਨੇ ਆਪਣੇ ਘਰਾਂ 'ਚੋਂ ਉਹਨਾਂ ਲੋਕਾਂ ਨੂੰ ਠਹਿਰਾਇਆ, ਰਾਸ਼ਨ ਪਾਣੀ ਸੇਵਾ ਕੀਤੀ। ਅਤੇ ਉਹਨਾਂ ਨੇ ਚੰਦ ਦਿਨਾਂ 'ਚ ਸਾਡੀ ਵਾਢੀ ਦਾ ਕੰਮ ਕਰਕੇ, ਥ੍ਰੈਸ਼ਰਾਂ ਨਾਲ ਉਦੋਂ ਕਣਕ ਕੱਢਦੇ ਸੀ, ਕਣਕ ਕੱਢ ਕੇ ਤੂੜੀ ਅੰਦਰ ਪਾਈ, ਅਤੇ ਆਪਣਾ ਖੇਤੀ ਦਾ ਜਿਹੜਾ ਵਾਹ ਵਹੀਆ ਸੀ ਉਹ ਫਿਰ ਸਾਡੇ ਪਿੰਡ ਦਿਆਂ ਨੇ ਕੀਤਾ। ਅਸੀਂ ਬਹੁਤ ਧੰਨਵਾਦੀ ਹਾਂ। ਲੋਕ ਬਾਪੂ ਜੀ ਦੀ ਸੋਚ 'ਤੇ ਤੁਹਾਨੂੰ ਪਤਾ ਹੀ ਹੈ, ਪਹਿਲੇ ਦਿਨ ਤੋਂ ਹੀ ਦਿੰਦੇ ਨੇ। ਸਾਡਾ ਪਿੰਡ ਉਹਨਾਂ ਦੇ ਇੱਕ ਬੋਲ 'ਤੇ ਸਾਰਾ ਪਿੰਡ ਖੜਾ ਹੋ ਜਾਂਦਾ। ਅੱਜ ਵੀ ਉੱਥੇ ਜਿਹੜੇ ਨੌਜਵਾਨ ਨੇ, ਭਾਵੇਂ ਉਹ ਬੀਬੀਆਂ ਨੇ, ਮੁੰਡੇ ਨੇ, ਬੱਚੇ ਨੇ, ਬਹੁਤ ਉਤਸ਼ਾਹ ਦੇ ਨਾਲ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਨੇ।
ਤਾਂ ਬਿਲਕੁਲ ਗੁਰਤੇਜ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਜਦੋਂ ਤੁਸੀਂ ਦੇਖਦੇ ਹੋਗੇ, ਸੋਸ਼ਲ ਮੀਡੀਆ ਵੀ ਚਲਾਉਂਦੇ ਹੋ, ਜੋ ਦੇਖਦੇ ਹੋ ਕਿ ਤੁਹਾਡੀ ਏਜ ਦੇ, ਸਾਡੀ ਏਜ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਨਾਲ ਫੋਟੋ ਵੀ ਖਿਚਾਉਂਦੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਨੇ, ਉਦੋਂ ਕਿਹੋ ਜਿਹਾ ਮਹਿਸੂਸ ਹੁੰਦਾ ਵੀ ਯਾਰ ਦਾਦਾ ਜੀ ਨਾਲ, ਮੇਰੇ ਦਾਦਾ ਜੀ ਨਾਲ ਫਲਾਣੇ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪਾਈ ਤੇ ਮੈਨੂੰ ਟੈਗ ਕੀਤਾ? ਨਹੀਂ, ਓਬਵੀਅਸਲੀ ਪ੍ਰਾਊਡ ਮੂਮੈਂਟ ਤਾਂ ਹੁੰਦੀ ਹੈ, ਉਹ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਹੁੰਦੀ ਹੈ। ਪਰ ਹੈ ਹੀ ਆ, ਲੋਕੀ ਤਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਆਪਣਾ ਇੱਕ ਆਈਡਲ ਤੌਰ ਦੇ ਉੱਤੇ ਮੰਨ ਲੈਂਦੇ ਨੇ, ਲੀਡਰ ਮੰਨ ਲੈਂਦੇ ਨੇ। ਹੁਣ ਚੰਗਾ ਕੰਮ ਤਾਂ ਸ਼ੁਰੂ ਤੋਂ ਹੀ ਕਰਦੇ ਆਏ ਹੀ ਨੇ, ਤੇ ਨੌਜਵਾਨੀ ਜਿਹੜੀ ਆਪਣੀ ਯੰਗ ਜਨਰੇਸ਼ਨ ਉਹਨੂੰ ਮੋਸਟਲੀ ਨਹੀਂ ਪਤਾ ਹੋਣਾ ਸ਼ਾਇਦ। ਹੁਣ ਕੁਝ ਜ਼ਿਆਦਾ ਹੀ ਹਾਈਲਾਈਟ ਹੋ ਗਏ ਤਾਂ ਬਸ ਸਿੰਪਲੀ ਕਹੂੰਗਾ ਮੈਂ ਵੀ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਹੁੰਦੀ ਹੈ। ਜਦੋਂ ਘਰੇ ਹੁੰਦੇ ਨੇ ਉਹ, ਜਦੋਂ ਪੜ੍ਹਨ ਲਿਖਣ ਵੱਲ ਧਿਆਨ ਦਿੰਦੇ ਨੇ, ਤਾਂ ਕਿੰਨਾ ਕੁ ਸਮਾਂ ਜਿਹੜਾ ਉਹ ਪੜ੍ਹਦੇ ਨੇ, ਕਿੱਥੇ ਪੜ੍ਹਦੇ ਨੇ, ਕੁਝ ਉਹਦੇ ਬਾਰੇ ਦੱਸੋ ਕਿ ਘਰੇ ਪੜ੍ਹਦੇ ਨੇ, ਬਾਹਰ ਪੜ੍ਹਦੇ ਨੇ, ਜਾਂ ਫਿਰ ਕਿੱਥੇ ਜਾ ਕੇ ਗੱਲਬਾਤ ਕਰਦੇ ਨੇ? ਜਦੋਂ ਪੜ੍ਹਦੇ ਹੁੰਦੇ ਨੇ ਉਸ ਵੇਲੇ ਉਹਨਾਂ ਦਾ ਮਾਹੌਲ ਕੀ ਹੁੰਦਾ? ਪਰਿਵਾਰ ਦੇ ਨਾਲ ਜੇ ਕੋਈ ਡਿਸਟਰਬੈਂਸ ਹੋ ਜਾਂਦੀ ਹੈ, ਉਹ ਬਰਦਾਸ਼ਤ ਕਰਦੇ ਨੇ? ਉਹ ਪੜ੍ਹਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੁਝਾਨ ਰੱਖਦੇ ਨੇ। ਪਹਿਲਾਂ ਤਾਂ ਸਵੇਰ ਨੂੰ ਆ ਕੇ ਉਹਨਾਂ ਨੇ ਅਖਬਾਰ ਪੜ੍ਹਨੀ ਹੈ, ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਅਖਬਾਰ। ਜੇ ਕਦੇ ਫਾਦਰ ਸਾਹਿਬ ਵੀ ਚੱਕ ਲੈਣ ਅਖਬਾਰ, ਉਹ ਕਹਿੰਦੇ ਅਖਬਾਰ ਦੇ ਕਾਕਾ, ਤੇ ਸਾਰੀਆਂ ਅਖਬਾਰਾਂ ਪੜ੍ਹਨੀਆਂ ਨੇ ਲੱਭ ਕੇ। ਫਿਰ ਉਦੋਂ ਬਾਅਦ ਜਦੋਂ ਉਹਨਾਂ ਨੇ ਪੜ੍ਹਨਾ ਵੀ ਹੁੰਦਾ, ਮਤਲਬ ਇੰਨਾ ਇੰਟਰਸਟ ਲੈਂਦੇ ਨੇ ਇਹ ਉਮਰ 'ਚ ਆ ਕੇ ਵੀ, ਮਤਲਬ ਜਦੋਂ ਪੜ੍ਹਨ ਵਾਲੀ ਉਮਰ ਹੁੰਦੀ ਹੈ ਇੱਕ ਬੱਚੇ ਦੀ, ਇੱਕ ਸਟੂਡੈਂਟ ਦੀ, ਉਦੋਂ ਵੀ ਬੱਚੇ ਨਹੀਂ ਪੜ੍ਹਦੇ, ਤੇ ਇੰਨਾ ਸਿੰਸੀਅਰਲੀ ਪੜ੍ਹਦੇ ਨੇ ਤੇ ਡੈਡੀਕੇਸ਼ਨ ਦੇ ਨਾਲ। ਮਤਲਬ ਫੋਨ ਬੰਦ ਕਰਕੇ, ਕਮਰਾ ਪੂਰਾ ਬੰਦ ਕਰਕੇ, ਕੁਝ ਆਰਟੀਕਲ ਵਗੈਰਾ ਲਿਖਣ ਦੇ ਬਹੁਤ ਸ਼ੌਕੀਨ ਨੇ, ਨਿਊਜ਼ਪੇਪਰਾਂ ਦੇ ਵਿੱਚ ਸ਼ੁਰੂ ਤੋਂ ਲਿਖਦੇ ਆਏ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੀ ਆਏ ਨੇ। ਉਹ ਤਾਂ ਆਪਣਾ ਕੰਮ ਕਰਦੇ ਹੀ ਆਏ ਨੇ, ਤੇ ਹਲੇ ਵੀ ਬਹੁਤ ਜ਼ਿਆਦਾ ਪੜ੍ਹਦੇ ਨੇ। ਦਿੱਲੀ ਦੀ ਥੋੜ੍ਹੇ ਦਿਨਾਂ ਦੀ ਪਹਿਲਾਂ ਗੱਲ ਸੁਣਾ, ਮੈਂ ਕਿਤੇ ਚਲੇ ਗਿਆ, ਐਵੇਂ ਸਰਪ੍ਰਾਈਜ਼ ਦੇਣ ਚਲੇ ਗਿਆ। ਮੈਂ ਚਲੋ ਮਿਲ ਕੇ ਆਉਣੇ। ਅੱਜ ਮੈਂ ਗਿਆ, ਮਿਲੇ ਥੋੜ੍ਹੀ ਕੁ ਦੇਰ, ਮੈਨੂੰ ਵੀ ਮਿਲ ਕੇ ਕਹਿੰਦੇ, ਇੰਨਾ ਜਦੋਂ ਮੂਡ ਬਣ ਜਾਂਦਾ ਵੀ ਪੜ੍ਹਨਾ ਹੀ ਪੜ੍ਹਨਾ, ਮੈਨੂੰ ਕਹਿੰਦੇ ਚਲੋ ਠੀਕ ਆ ਕਾਕਾ ਤੁਸੀਂ ਇੱਥੇ ਫਿਰੋ, ਮੈਂ ਤਾਂ ਹੁਣ ਆਪਣਾ ਪੜ੍ਹਨਾ। ਮੈਂ ਕਿਹਾ ਵੀ ਠੀਕ ਆ, ਮੈਂ ਨਾਲ ਦੋਸਤ ਲੈ ਕੇ ਕਹਿੰਦੇ ਪੜ੍ਹਨਾ। ਮੈਂ ਚਲੋ ਠੀਕ ਆ ਜੀ, ਪੜ੍ਹੋ, ਵਧੀਆ ਗੱਲ। ਵੀ ਉਹ ਆਪਣਾ ਕੰਮ ਕਰ ਰਹੇ ਨੇ ਪੂਰੀ ਡੈਡੀਕੇਸ਼ਨ ਦੇ ਨਾਲ। ਹੁਣ ਕੋਈ ਕੁਛ ਮਰਜ਼ੀ ਕਹੀ ਜਾਵੇ, ਉਹ ਕਹਿੰਦੇ ਮੈਨੂੰ ਸੈਟਿਸਫੈਕਸ਼ਨ ਆ ਇੱਕ ਬਸ ਆਪ ਨੂੰ, ਵੀ ਮੈਂ ਆਪਣਾ ਕੰਮ ਪੂਰਾ ਸਿੰਸੀਅਰਟੀ ਦੇ ਨਾਲ ਕਰ ਰਿਹਾ, ਵੀ ਦੈਟਸ ਮੋਰ ਦੈਨ ਇਨਫ ਫॉर ਮੀ। ਬਸ ਤੁਸੀਂ ਬਾਹਰੋਂ ਆਏ ਹੋ, ਆਸਟ੍ਰੇਲੀਆ ਪੜ੍ਹ ਕੇ ਆਏ ਹੋ, ਮਤਲਬ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਾਈ ਕਰਕੇ ਇੱਥੇ ਆ ਜਾਣਾ, ਤੁਸੀਂ ਕੀ ਸੋਚਦੇ ਹੋ? ਕਿਸਾਨੀ ਅੰਦੋਲਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਕਹਿੰਦੇ ਨੇ ਅਸੀਂ ਬੈਠੇ ਨੇ, ਸਰਕਾਰ ਕਹਿੰਦੇ ਨੇ ਅਸੀਂ ਕਾਨੂੰਨ ਵਧੀਆ ਬਣਾਏ ਨੇ, ਤੁਹਾਡੀ ਸੋਚ ਕੀ ਹੈ? ਨਹੀਂ, ਮੇਰੀ ਤਾਂ ਸੋਚ ਇਹੀ ਹੈ ਜੀ, ਵੀ ਹੁਣ ਵੈਸੇ ਵੀ ਦੇਖਦੇ ਹੀ ਰਹਿੰਦੇ, ਮੇਰੀ ਕੀ ਸਾਰਿਆਂ ਦੀ ਇਹੀ ਸੋਚ ਆ ਵੀ ਡੈਮੋਕ੍ਰੇਸੀ ਲੋਕਾਂ ਦੇ ਨਾਲ ਹੀ ਹੁੰਦੀ ਆ, ਸਰਕਾਰ ਵੀ ਲੋਕਾਂ ਦੀ ਹੀ ਹੁੰਦੀ ਆ। ਪਰ ਅਨਫੋਰਚੂਨੇਟਲੀ ਵੀ ਹੁਣ ਇੰਡੀਆ, ਥੋੜ੍ਹੇ ਦਿਨ ਪਹਿਲਾਂ ਸਾਰਿਆਂ ਨੂੰ ਪਤਾ ਸਰਵੇ ਹੋਇਆ, ਹੁਣ ਇੰਡੀਆ ਡੈਮੋਕ੍ਰੈਟਿਕ ਤਾਂ ਰਹੀ ਨਹੀਂ। ਉਹਨਾਂ ਨੇ ਕੋਈ ਏਜੰਸੀ ਆ, ਉਹਨਾਂ ਨੇ ਸਰਵੇ ਕਰਿਆ ਵੀ ਹੁਣ ਇੰਡੀਆ ਡੈਮੋਕ੍ਰੈਟਿਕ ਤੋਂ ਪਾਰਟਲੀ ਡੈਮੋਕ੍ਰੈਟਿਕ ਹੋ ਗਈ, ਵੀ ਇੱਥੇ ਫਰੀਡਮ ਆਫ ਸਪੀਚ ਘੱਟ ਗਈ ਲੋਕਾਂ ਦੀ। ਤੇ ਅੰਦੋਲਨ ਨੂੰ ਤਾਂ ਇਹ ਮੈਂ ਕਾਫੀ ਟਾਈਮ ਦਾ ਦੇਖ ਰਿਹਾ, ਮਤਲਬ ਵੀ ਇਹ ਕਈ ਸਾਲਾਂ ਦੇ ਇਹ ਅੰਦੋਲਨ ਨੂੰ, ਇਹ ਇਸ਼ੂ 'ਤੇ ਸਟੱਡੀ ਕਰਦੇ ਆ। ਸਾਨੂੰ ਕਹਿੰਦੇ ਸੀ ਵੀ ਆਹ ਹੋ ਜਾਣਾ, ਓਏ ਆਹ ਹੋ ਜਾਣਾ ਫਿਊਚਰ ਦੇ ਵਿੱਚ। ਉਦੋਂ ਮੈਂ ਵੀ ਨਹੀਂ ਸੀ ਇੰਨਾ ਸੀਰੀਅਸਲੀ ਲੈਂਦਾ। ਹੁਣ ਮਤਲਬ ਇੱਕ ਫੋਰਸਾਈਟਡਨੈਸ ਬਹੁਤ ਆ ਇਹਨਾਂ ਦੀ, ਤੇ ਮੈਂ ਵੀ ਕਹਿੰਦਾ ਵੀ ਇੱਦਾਂ ਕਿੱਦਾਂ ਹੋ ਜੂ। ਫਿਰ ਥੋੜ੍ਹੇ ਕੁ ਦਿਨ ਆ ਕੇ ਜਦੋਂ ਆਰਡੀਨੈਂਸ ਤੋਂ ਪਹਿਲਾਂ ਵੀ ਮੈਂ ਆ ਗਿਆ, ਫਿਰ ਇਹਨਾਂ ਨੇ ਰੈਲੀਆਂ ਕਰੀਆਂ, ਫਿਰ ਕਾਨਫਰੰਸ ਕਰੀ। ਫਿਰ ਮਤਲਬ ਮੈਂ ਤਾਂ ਇਹ ਅੰਦੋਲਨ ਨੂੰ ਇਹਨਾਂ ਦੇ ਨਾਲ ਫਿਰ ਕੇ, ਜਿਵੇਂ ਹੁੰਦਾ ਨਾ ਇੱਕ ਆਪਾਂ ਬੀਜ ਦੱਬਦੇ ਆ, ਫਿਰ ਉਹਦੀ ਜੜ ਬਣਦੀ ਆ ਪੂਰੀ, ਫਿਰ ਉਹ ਗਰੋ ਕਰਦਾ। ਅੱਜ ਅੰਦੋਲਨ ਇੱਕ ਪੂਰਾ ਮਤਲਬ ਵੱਡਾ ਦਰਖਤ ਬਣ ਚੁੱਕਿਆ, ਤਾਂ ਉਵੇਂ ਮੈਂ ਇਹਨਾਂ ਨੂੰ ਸ਼ੁਰੂ ਤੋਂ ਦੇਖਿਆ। ਤੇ ਵਾਹਿਗੁਰੂ ਚਲਾ ਰਿਹਾ ਇਹ ਅੰਦੋਲਨ ਨੂੰ ਜੀ। ਸਾਰੇ ਲੋਕਾਂ ਦੀ ਬਹੁਤ ਵੱਡੀ ਪਾਰਟੀਸਪੇਸ਼ਨ ਆ, ਪਹਿਲਾਂ ਛੋਟੇ ਲੈਵਲ ਤੋਂ, ਫਿਰ ਜ਼ਿਆਦਾ ਕਿਸਾਨ ਜੁੜੇ, ਫਿਰ ਹੁਣ ਅੱਜ ਹਰ ਇੱਕ ਹੀ ਵਰਗ ਆਪਣੇ ਸਮਾਜ ਦਾ ਇਹ ਅੰਦੋਲਨ ਦੇ ਨਾਲ ਜੁੜ ਗਿਆ। ਮੈਨੂੰ ਲੱਗਦਾ ਸਰਕਾਰ ਕੋਈ ਪਤਾ ਨਹੀਂ ਦਬਾਅ ਥੱਲੇ ਆਈ ਜਾਂ ਪਤਾ ਨਹੀਂ ਕੀ ਮਾਨਸਿਕਤਾ ਉਹਨਾਂ ਦੀ, ਗੋਡ ਨੋਜ਼, ਪਰ ਉਹਨਾਂ ਨੂੰ ਮੰਨ ਲੈਣਾ ਚਾਹੀਦਾ। ਇਹ ਬਹੁਤ ਉਹਨਾਂ ਦੀ ਵੀ ਹੁਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਰਹੀ ਹੈ, ਆਪਣੇ ਇੰਡੀਆ ਦੀ ਵੀ ਹੋ ਰਹੀ ਹੈ, ਸਰਕਾਰ ਦੀ। ਉਹ ਤਾਂ ਨਹੀਂ ਮੰਨਦੇ, ਹੁਣ ਜਿਹਨੇ ਨਹੀਂ ਮੰਨਣਾ ਨਾ ਹੀ ਮੰਨੇ, ਪਰ ਮੰਨ ਲੈਣਾ ਚਾਹੀਦਾ। ਬਿਲਕੁਲ ਮੰਨ ਲੈਣਾ ਚਾਹੀਦਾ, ਇਹ ਗੱਲ ਕਹਿ ਰਹੇ ਨੇ ਗੁਰਤੇਜ। ਤੇਜਿੰਦਰ ਜੀ, ਤੁਸੀਂ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਕਿਉਂਕਿ ਪਹਿਲਾਂ ਜਦੋਂ ਬਾਪੂ ਜੀ ਇਸ ਲਾਈਨ ਦੇ ਵਿੱਚ ਆਏ, ਕਿ ਤੁਹਾਨੂੰ ਸ਼ੁਰੂ ਤੋਂ ਤੁਹਾਡਾ ਇਹੀ ਨਜ਼ਰੀਆ ਸੀ ਕਿ ਆਖਰ ਜੇਕਰ ਲੋਕਾਂ ਦੇ ਵਿੱਚ ਲੋਕਾਂ ਦੀ ਮੰਗਾਂ ਨੂੰ ਲੈ ਕੇ ਤੁਰੇ ਹੋਏ ਨੇ ਤਾਂ ਠੀਕ ਹੈ, ਜਾਂ ਫਿਰ ਤੁਸੀਂ ਵੱਖਰਾ ਸੋਚਦੇ ਸੀ ਵੀ ਕੀ ਲੋੜ ਆ, ਕਿ ਇਹਨਾਂ ਪਿੱਛੇ ਲੱਗ ਕੇ ਕੀ ਫਾਇਦਾ, ਜਾਂ ਲੋਕਾਂ ਦੇ ਪਿੱਛੇ ਖੜ ਕੇ ਕੀ ਫਾਇਦਾ? ਕੁਝ ਵੱਖਰੀ ਸੋਚ ਸੀਗੀ, ਜਾਂ ਸ਼ੁਰੂ ਤੋਂ ਪਰਸੈਪਸ਼ਨ ਇਹੀ ਸੀਗੀ, ਜਾਂ ਕੋਈ ਵੱਖਰੀ ਸੀ ਪਹਿਲਾਂ? ਨਹੀਂ, ਪਰਸੈਪਸ਼ਨ ਤਾਂ ਸਾਡੀ ਤਾਂ ਕੋਈ ਨਹੀਂ ਸੀ। ਪਹਿਲਾਂ ਤਾਂ ਅਸੀਂ ਪਾਰਟੀਸਪੇਟ ਵੀ ਘੱਟ ਕਰਦੇ ਸੀ, ਕਿਉਂਕਿ ਛੋਟੇ ਲੈਵਲ 'ਤੇ ਧਰਨੇ ਹੁੰਦੇ ਸੀ, ਹਾਂਜੀ। ਫਿਰ ਉਹ ਤੋਂ ਬਾਅਦ ਇਹ ਰੈਲੀਆਂ ਕਰਨ ਲੱਗੇ ਚੰਡੀਗੜ੍ਹ, ਉਹਨਾਂ 'ਚ ਅਸੀਂ ਪਾਰਟੀਸਪੇਟ ਕਰਨ ਲੱਗੇ ਬਹੁਤ ਜ਼ਿਆਦਾ। ਮੈਂ ਕੋਈ ਪਿਛਲੇ 10 ਸਾਲ ਤੋਂ ਮੇਰੇ ਖਿਆਲ ਜਦੋਂ ਵੀ ਕਿਤੇ ਕੋਈ ਚੰਡੀਗੜ੍ਹ ਹੋਵੇ, ਰੈਲੀ ਹੋਵੇ, ਉੱਥੇ 10 ਤੋਂ ਵੀ ਵੱਧ ਹੀ ਸਾਲ ਹੋ ਗਏ ਮੇਰੇ ਖਿਆਲ। ਦਿੱਲੀ ਇਹ ਜਾਂਦੇ ਰਹਿੰਦੇ ਨੇ, ਉੱਥੇ ਪਾਰਲੀਮੈਂਟ ਸਟਰੀਟ 'ਤੇ ਅਸੀਂ ਉੱਥੇ ਵੀ ਜਾਂਦੇ ਹਾਂ। ਅਤੇ
ਹੁਣ ਤਾਂ ਜਿੱਥੇ ਵੀ ਡਿਊਟੀ ਲਾਉਂਦੇ ਨੇ, ਕਿਉਂਕਿ ਉਹ 24 ਘੰਟੇ ਉੱਥੇ ਡਟੇ ਹੋਏ ਨੇ ਸਿੰਘੂ ਬਾਰਡਰ ਤੇ ਉਹ ਉੱਥੇ ਆਪਣੀਆਂ ਰੈਲੀਜ਼ ਜੋ ਵੀ ਹੈ ਤੁਹਾਨੂੰ ਸਾਰਾ ਪਤਾ। ਪਰ ਇੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਉੱਥੇ ਅਸੀਂ ਜਾਂਦੇ ਹਾਂ ਨਾਲ ਲੈ ਕੇ ਉਹਨਾਂ ਦੇ ਵਰਕਰਸ ਨੂੰ, ਉਹਨਾਂ ਦੇ ਪ੍ਰਧਾਨ ਸਾਹਿਬਾਨ ਨੂੰ। ਮੈਂ ਤਾਂ ਇੱਕ ਉਹਨਾਂ ਦਾ ਹਜੇ ਵਰਕਰ ਵੀ ਨਾ ਮੈਨੂੰ ਤਾਂ ਮੰਨੋ, ਕਿਉਂਕਿ ਉਹਨਾਂ ਦੇ ਵਰਕਰ ਸਾਡੇ ਨਾਲੋਂ ਵੀ ਜ਼ਿਆਦਾ ਡੈਡੀਕੇਟਿਡ ਨੇ। ਅਸੀਂ ਹਜੇ ਸ਼ਾਇਦ ਉਨੀ ਡੈਡੀਕੇਸ਼ਨ ਨਹੀਂ ਰੱਖਦੇ ਹੋਵਾਂਗੇ ਜਿੰਨੇ ਉਹ ਰੱਖਦੇ ਨੇ, ਕਿਉਂਕਿ ਉਹ ਬੰਦੇ ਜੋੜੇ ਹੋਏ ਨੇ ਉਹਨਾਂ ਨੇ ਨਾਲ ਜਿਹੜੇ ਬਹੁਤ ਸਿੰਸੀਅਰ ਨੇ, ਸੱਚੇ ਸੁੱਚੇ ਨੇ। ਕਿਉਂਕਿ ਪਹਿਲੇ ਦਿਨ ਤੋਂ ਹੀ ਜਿਹੜਾ ਕੋਈ ਇਨਸਾਨ ਸ਼ਰਾਬ ਪੀਂਦਾ ਹੈ ਉਹਨੂੰ ਨਹੀਂ ਆਪਣੇ ਨਾਲ ਉਹ ਰੱਖਦੇ, ਉਹਨੂੰ ਕਹਿੰਦੇ ਨੇ ਇਹਨੂੰ ਥੋੜ੍ਹਾ ਜਿਹਾ ਪਰੇ ਰੱਖੋ ਆਪਣਾ। ਉਹਨਾਂ ਨੇ ਕਦੇ ਵੀ ਧਰਨੇ ਦਿੱਤੇ ਨੇ ਉੱਥੇ, ਜੇ ਕੋਈ ਸ਼ਰਾਬ ਪੀਂਦਾ ਉਹ ਜਦੇ ਕਹਿੰਦੇ ਨੇ ਪਰੇ ਹੋ ਕੇ ਦੂਜਿਆਂ ਨੂੰ ਕਹਿੰਦੇ ਵੀ ਇਹਨੂੰ ਸਵੇਰ ਨੂੰ ਕਹੋ ਵੀ ਘਰੇ ਚਲੇ ਜਾਵੇ। ਇਸ ਕਰਕੇ ਮੈਂ ਤਾਂ ਕਈ ਵਾਰ ਕਹਿਣਾ ਹੁੰਦਾ ਵੀ ਬਾਪੂ ਜੀ ਇਹ ਤੁਸੀਂ ਇੱਕ ਗੁਰੂ ਸਾਹਿਬ ਨੇ ਫੌਜ ਖੜੀ ਕੀਤੀ ਸੀ ਨਾ, ਇਹ ਤੁਸੀਂ ਵੀ ਉਸ ਕਿਸਮ ਦੀ ਇੱਕ ਫੌਜ ਖੜੀ ਕੀਤੀ ਹੈ। ਉਹ ਫੌਜ ਤੁਸੀਂ ਅੱਜ ਵੀ ਉੱਥੇ ਜਾ ਕੇ ਦੇਖੋਗੇ, ਉਹ ਫੌਜ ਹੈ ਜਿਹੜੀ ਉਹ ਬਾਰਡਰ 'ਤੇ ਹੀ ਬੈਠੀ ਹੈ, ਉਹ ਫੌਜੀ ਨਹੀਂ ਪਿੱਛੇ ਆ ਰਹੇ। ਜਿਹੜਾ ਇਹ ਅੰਦੋਲਨ ਹੈ ਇਹਨੂੰ ਜੇ ਕੋਈ ਚਲਾ ਰਿਹਾ ਹੈ, ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਸਲਾਮ ਹੈ। 100 ਦਿਨ ਹੋ ਗਏ, ਫਾਦਰ ਸਾਹਿਬ ਵੀ ਨਹੀਂ ਅੱਜ ਤੱਕ ਘਰ ਆਏ, ਪਰ ਉੱਥੇ ਬਹੁਤ ਅਨੇਕ ਇਹੋ ਜਿਹੇ ਬਜ਼ੁਰਗ ਮਾਤਾਵਾਂ ਨੇ, ਕਈ ਇਹੋ ਜਿਹੇ ਨੌਜਵਾਨ ਨੇ ਜਿਹੜੇ ਪਹਿਲੇ ਦਿਨ ਤੋਂ ਅੱਜ ਉੱਥੇ ਬੈਠੇ ਨੇ, ਉਹਨਾਂ ਨੂੰ ਸਲਾਮ ਕਰਨਾ ਬਣਦਾ ਹੈ। ਇੱਕ ਹੋਰ ਗੱਲ ਦੱਸੋ ਕਿ 26 ਤੋਂ ਬਾਅਦ ਤੁਹਾਡੇ ਪਿੰਡ ਰਾਜੇਵਾਲ ਦੇ ਵਿੱਚ ਇੱਕ ਮਤਾ ਵੀ ਪਿਆ ਕਿ ਬੀਬੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀਆਂ ਹੋ ਗਈਆਂ ਸਨ ਤੇ ਉਹਨਾਂ ਨੇ ਕਿਹਾ ਕਿ ਜੇ ਬੰਦੇ ਨਹੀਂ ਜਾਂਦੇ ਤੇ ਸਾਨੂੰ ਭੇਜ ਦਿਓ, ਅਸੀਂ ਜਾਣ ਲਈ ਤਿਆਰ ਹਾਂ। ਉਹ ਪੂਰੀ ਕਹਾਣੀ ਦੱਸੋ ਕੀ ਸੀ? 26 ਦੀ ਘਟਨਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ। ਇੱਕ ਵਾਰੀ ਕਿਉਂਕਿ ਟਰੈਕਟਰ ਇੱਥੋਂ ਬਹੁਤ ਗਿਣਤੀ 'ਚ ਉੱਥੇ ਚਲੇ ਗਏ ਸੀ, ਲੱਖਾਂ ਦੀ ਗਿਣਤੀ ਚਲੇ ਗਏ ਸੀ, ਉਹਨੂੰ ਸੈਂਟਰ ਦਾ ਜਿਹੜਾ ਮੀਡੀਆ, ਨੈਸ਼ਨਲ ਮੀਡੀਆ, ਉਹਨੇ ਬਹੁਤ ਗਲਤ ਪਰਸੈਪਸ਼ਨਸ ਨਾਲ ਉਹਨਾਂ ਨੂੰ ਦਿਖਾਇਆ ਗਿਆ ਕਿ ਜੀ ਇੱਥੋਂ ਦਾ ਜੀ ਲੋਕ ਮੁੜ ਗਏ ਜੀ। ਅਕਸਰ ਨੂੰ ਜਿਹੜੇ ਟਰੈਕਟਰ ਉੱਥੇ ਸੱਦੇ ਸੀ 26 ਤਰੀਕ ਨੂੰ, ਉਹਨਾਂ ਨੇ ਵਾਪਸ ਤਾਂ ਆਉਣਾ ਹੀ ਸੀ, ਭਾਵੇਂ ਉਹ 27 ਨੂੰ ਆਉਣਾ ਸੀ, 28 ਨੂੰ ਆਉਣਾ ਸੀ। ਚਲੋ ਮੰਦਭਾਗੀ ਘਟਨਾ ਵੀ ਹੋਈ ਉੱਥੇ, ਉਹਦਾ ਵੀ ਕਿ ਮੈਂ ਤਾਂ ਸਮਝਦਾ ਕੇਂਦਰ ਦੀ ਸਰਕਾਰ ਇਹ ਜ਼ਿੰਮੇਵਾਰ ਹੈ ਹਾਂਜੀ। ਪਰ ਉਹ ਜਦੋਂ ਲੋਕ ਆਉਣੇ ਸ਼ੁਰੂ ਹੋ ਗਏ, ਸਾਡੇ ਪਿੰਡ ਦੇ ਉੱਥੇ 10-15 ਬੰਦੇ ਰਹਿ ਗਏ, ਟਰਾਲੀਆਂ ਉੱਥੇ ਹੀ ਖੜੀਆਂ ਸੀ ਐਜ਼ ਇਟ। ਬਾਕੀ ਜਦ ਬੰਦੇ ਆਉਣੇ ਸ਼ੁਰੂ ਹੋ ਗਏ, ਗੁਰਦੁਆਰੇ ਦੇ ਵਿੱਚ ਆਮ ਕੀ ਹੁੰਦਾ ਪਿੰਡਾਂ 'ਚ, ਅਰਲੀ ਮਾਰਨਿੰਗ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਉਹ ਗੁਰਦੁਆਰਾ ਸਾਹਿਬ ਜਾਂਦੀਆਂ, ਮੱਥਾ ਟੇਕਦੀਆਂ। ਇੱਕ ਗਈ, ਸਾਡੇ ਤਾਈ ਜੀ ਵੀ ਗਏ, ਬਹਿ ਜਾਓ ਇੱਥੇ, ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਥੋੜ੍ਹੀ ਦੇਰ ਬਾਅਦ, ਅੱਧੇ ਘੰਟੇ ਬਾਅਦ, ਜਦੋਂ ਉੱਥੇ ਬੰਦੇ ਜਾਣ ਲੱਗੇ ਉਹਨਾਂ ਨੂੰ ਵੀ ਬਿਠਾ ਲਿਆ ਗਿਆ। ਅਤੇ ਅੱਜ ਕੱਲ੍ਹ ਇਹਦਾ ਫੋਨ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ, ਉੱਥੋਂ ਫੋਨ ਕਰਤਾ ਉਹਨਾਂ ਨੇ ਇੱਕ ਦੂਜੇ ਨੂੰ ਵੀ ਆਓ ਬਈ ਇੱਥੇ ਤਾਂ ਮਾਈਆਂ ਸਾਨੂੰ ਗੁਰਦੁਆਰੇ 'ਚੋਂ ਨਹੀਂ ਨਿਕਲਣ ਦਿੰਦੀਆਂ। ਸਾਰਾ ਪਿੰਡ ਇਕੱਠਾ ਹੋ ਗਿਆ। ਮਾਈਆਂ ਨੇ ਉੱਥੇ ਕਿਹਾ ਕਿ ਜੇ ਤਾਂ ਤੁਸੀਂ ਮੁੜਨਾ ਤਾਂ ਦੱਸ ਦਿਓ, ਨਹੀਂ ਇੱਥੇ ਹੀ ਬੱਸ ਮੰਗਾ ਲਓ, ਅਸੀਂ ਜਾਂਦੀਆਂ ਉੱਥੇ, ਤੁਸੀਂ ਸਾਂਭੋ ਪਿੰਡ, ਤੁਸੀਂ ਸਾਂਭੋ ਕੰਮ, ਤੁਸੀਂ ਘਰ ਸਾਂਭੋ, ਅਸੀਂ ਜਾਂਦੇ ਹਾਂ ਉੱਥੇ। ਸਾਡੇ ਉਦੋਂ ਹੀ ਉੱਥੋਂ 2 ਬੱਸਾਂ ਭਰ ਕੇ ਬਾਰਡਰ ਨੂੰ ਚਲੀਆਂ ਗਈਆਂ। ਅੱਜ ਸਾਡੇ ਪਿੰਡੋਂ ਪਹਿਲਾਂ ਡਿਊਟੀ ਲੱਗੀ ਸੀ 15 ਬੰਦਿਆਂ ਦੀ, ਫਿਰ ਉਹ 25 ਹੋ ਗਏ। ਹੁਣ ਪਿਛਲੀ 2 ਟਰਨਾਂ 'ਚ ਇੱਕ 32 ਸੀਟਰ ਬੱਸ ਕੀਤੀ ਹੋਈ ਹੈ। ਉਹ 5 ਦਿਨਾਂ ਬਾਅਦ 32 ਸੀਟਰ ਬੱਸ ਜਾਂਦੀ ਆ ਉੱਥੇ, ਨਾਲ ਰਾਸ਼ਨ ਰੂਸ਼ਨ ਸਾਰਾ ਲੈ ਕੇ। ਅਤੇ ਮੈਂ ਪਰਸੋਂ ਚੌਥੇ ਮਿਲਿਆ ਸੀ ਪਿੰਡ ਦੇ ਬੰਦਿਆਂ ਨੂੰ, ਉਹ ਕਹਿੰਦੇ ਸੀਗੇ ਕਿ ਅਗਲੀ ਵਾਰੀ ਅਸੀਂ ਇੱਕ ਬੜੀ ਬੱਸ ਭੇਜਣ ਦਾ ਜੱਥਾ ਤਿਆਰ ਕਰ ਲਿਆ। 54 ਸੀਟਰ ਬੱਸ ਉਹਨਾਂ ਨੇ ਕੀਤੀ ਹੈ। ਮਤਲਬ ਪਿੰਡ ਦਾ ਤਾਂ ਸਾਡੇ ਦਾ ਬਹੁਤ ਵੱਡਾ ਯੋਗਦਾਨ ਹੈ, ਡਟ ਕੇ ਪਹਿਰਾ ਦਿੰਦੇ ਨੇ। ਅਤੇ ਬਾਪੂ ਜੀ ਨੇ ਵੀ ਹਮੇਸ਼ਾ ਪਿੰਡ ਦੇ, ਮੈਂ ਤਾਂ ਕਹੂੰਗਾ ਨਾ, ਜੇ ਕਿ ਕਿਸੇ ਦਾ ਕੁਛ ਵੀ, ਕਿਸੇ ਦੇ ਦਰਦ ਵੀ ਹੁੰਦਾ ਹੈ ਤਾਂ ਬਾਪੂ ਜੀ ਉਹਦੀ ਖਬਰਸਾਰ ਵੀ ਲੈਂਦੇ ਨੇ ਅਤੇ ਡਟ ਕੇ ਪਿੰਡ ਵਾਲਿਆਂ ਦੇ ਨਾਲ ਖੜਦੇ ਨੇ। ਇੱਕ ਗੱਲ ਹੋਰ ਦੱਸੋ ਕਿ 250 ਤੋਂ ਵਧੇਰੇ ਜਿਹੜੀਆਂ ਕਿਸਾਨਾਂ ਦੀਆਂ ਉਹ ਮੌਤਾਂ ਵੀ ਹੋ ਚੁੱਕੀਆਂ ਨੇ, ਜਾਨ ਵੀ ਗਵਾ ਚੁੱਕੇ ਨੇ। ਸਰਕਾਰ ਦੂਜੇ ਪਾਸੇ ਸਰਕਾਰ ਕਹਿੰਦੀ ਕਿ ਸਾਡੇ ਕੋਲ ਤਾਂ ਡਾਟਾ ਹੀ ਨਹੀਂ ਹੈਗਾ ਉਹਨਾਂ ਦਾ, ਕਿਸਾਨਾਂ ਦਾ, ਜਿਹੜੇ ਉੱਥੇ ਸ਼ਹੀਦ ਹੋਏ ਨੇ। ਤੁਸੀਂ ਕਿੱਦਾਂ ਦੇਖਦੇ ਹੋ ਇਸ ਵਤੀਰੇ ਨੂੰ? ਕਿਉਂਕਿ ਮਾਵਾਂ ਨੇ ਆਪਣੇ ਪੁੱਤ ਤੋਰੇ ਸੀ ਕਿ ਜਿਹੜੇ ਦਿੱਲੀ ਜਾਓ, ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜੀ ਲੜਾਈ ਸੀਗੀ ਉਹਦੇ ਵਿੱਚ ਜਿਹੜੀਆਂ ਜਾਨਾਂ ਜਾ ਰਹੀਆਂ ਨੇ, ਉਹ ਸਾਰੇ ਦੁਨੀਆ ਨੂੰ ਜਿਹੜੀ ਵਲੂੰਦਰੀਆਂ ਨੇ, ਹਿਰਦੇ ਵਲੂੰਦਰ ਦਿੱਤੇ ਨੇ ਉਹਨਾਂ ਨੇ। ਅਤੇ ਬੜਾ ਦਿਲ ਦੁਖਦਾ ਹੈ ਜਦੋਂ ਇਹੋ ਜਿਹੀਆਂ ਘਟਨਾ, ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਤੁਹਾਡਾ ਕੀ ਕਹਿਣਾ ਇਸ ਦੇ ਉੱਤੇ? ਇਹ ਜਿਹੜੀ ਮੋਦੀ ਦੀ ਸਰਕਾਰ ਹੈ, ਮੈਂ ਪਰਸਨਲੀ ਫੀਲ ਕਰਦਾ ਵੀ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। 2 ਬੰਦੇ ਇਹਨੂੰ ਰਨ ਕਰਦੇ ਨੇ, ਦੋਨਾਂ ਬਾਰੇ ਮੈਂ ਕਮੈਂਟ ਕੋਈ ਨਹੀਂ ਕਰਨਾ, ਕਿਉਂਕਿ
ਸਾਨੂੰ ਜੋ ਸਿਖਾਇਆ ਗਿਆ ਵੀ ਜੇ ਕੋਈ ਅੱਗੋਂ ਗਾਲ ਕੱਢਦਾ ਅਸੀਂ ਆਪਣਾ ਮੂੰਹ ਗੰਦਾ ਨਹੀਂ ਕਰਨਾ, ਅਸੀਂ ਉਹਦੀ ਉਪਭਾਸ਼ਾ 'ਚ ਉਹਨੂੰ ਜਵਾਬ ਨਹੀਂ ਦੇਣਾ। ਮੋਦੀ ਨੇ ਦੇਖ ਲਓ, ਤੁਹਾਨੂੰ ਪਤਾ ਹੀ ਹੈ ਕਿਸਾਨਾਂ ਨੂੰ ਕਿਹੋ ਜਿਹੀ ਸ਼ਬਦਾਵਲੀ ਵਰਤੀ ਹੈ, ਬਹੁਤ ਗੰਦੀਆਂ ਗਾਲਾਂ ਕੱਢੀਆਂ ਨੇ। ਸਾਡੇ ਜਿਹੜੇ ਸ਼ਹੀਦ ਹੋਏ ਨੇ, ਮੋਦੀ ਸਾਹਿਬ ਨੇ ਜਾਂ ਇਹਦੀ ਸੈਂਟਰ ਦੀ ਕਿਸੇ ਵੀ ਕੈਬਨਿਟ ਦੇ ਮਿਨਿਸਟਰ ਨੇ ਇੱਕ ਵਾਰੀ ਵੀ ਅਫਸੋਸ ਜ਼ਾਹਿਰ ਨਹੀਂ ਕੀਤਾ। ਇੱਕ ਵਾਰੀ ਇੱਕ ਮੀਟਿੰਗ ਦੇ ਵਿੱਚ ਮੇਰੇ ਯਾਦ ਆ, ਤੁਹਾਨੂੰ ਵੀ ਸ਼ਾਇਦ ਯਾਦ ਹੋਵੇ, ਬਾਪੂ ਜੀ ਨੇ ਮੀਟਿੰਗ 'ਚ ਮਜਬੂਰ ਕਰ ਦਿੱਤਾ ਸੀਗਾ ਕੇਂਦਰ ਦੇ ਮੰਤਰੀਆਂ ਨੂੰ ਤੇ ਬਿਊਰੋਕ੍ਰੇਸੀ ਨੂੰ ਖੜੇ ਹੋ ਕੇ 2 ਮਿੰਟ ਦਾ ਸਾਇਲੈਂਸ ਰੱਖ ਕੇ ਸ਼ਰਧਾਂਜਲੀ ਦੇਣ ਲਈ ਮਜਬੂਰ ਕੀਤਾ ਸੀ ਉਹਨਾਂ ਨੂੰ। ਪਰ ਚਾਹੀਦਾ ਇਹ ਸੀਗਾ ਜਦ ਸਾਡਾ ਹੁਣ ਸੈਸ਼ਨ ਚੱਲਿਆ ਉਹਦੇ 'ਚ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਬਣਦੀ ਹੈ, ਕਿਉਂਕਿ ਇਹ ਇਕੱਲੇ ਕਿਸਾਨੀ ਦੇ ਸ਼ਹੀਦ ਨਹੀਂ, ਮੈਂ ਇਹਨਾਂ ਨੂੰ ਮੰਨਦਾ, ਮੈਂ ਪਰਸਨਲੀ ਮੰਨਦਾ, ਇਹ ਸ਼ਹੀਦਾਂ ਨੇ ਸਾਡੇ ਦੇਸ਼ 'ਚ ਇੱਕ ਚੇਂਜ ਲੈ ਕੇ ਆਉਣੀ ਹੈ। ਜਿੱਦਾਂ ਇਹ ਜੇ ਡੈਮੋਕ੍ਰੇਸੀ ਨੂੰ ਕਿਲ ਕਰਨ ਜਾ ਰਹੇ ਨੇ ਨਾ, ਦੇਸ਼ ਨੂੰ ਮੁੜ ਕੇ ਗੁਲਾਮੀ ਵੱਲ ਧੱਕ ਰਹੇ ਨੇ, ਇਹ ਸ਼ਹੀਦਾਂ ਨੇ ਦੇਸ਼ ਨੂੰ ਮੁੜ ਕੇ ਗੁਲਾਮ ਹੋਣ ਤੋਂ ਬਚਾਉਣਾ ਹੈ। ਜੇ ਨਾ ਬਚਾਇਆ ਤਾਂ ਇਹ ਦੇਸ਼ ਮੁੜ ਕੇ ਗੁਲਾਮ ਹੋ ਜਾਊਗਾ। ਇਹ ਗੁਲਾਮੀ ਤੋਂ ਫਿਰ ਸਾਨੂੰ ਕੱਢਣਾ ਬਹੁਤ ਮੁਸ਼ਕਿਲ ਹੋ ਜਾਣਾ। ਪਤਾ ਨਹੀਂ ਕਿੰਨੀਆਂ ਕੁ ਹੋਰ ਸ਼ਹਾਦਤਾਂ ਸਾਨੂੰ ਦੇਣੀਆਂ ਪੈਣ। ਇਸ ਕਰਕੇ ਇਹਨਾਂ ਨੂੰ ਰਿਕਗਨਾਈਜ਼ ਕਰਨਾ ਚਾਹੀਦਾ। ਝੂਠ ਬੋਲਦੀ ਹੈ ਕੇਂਦਰ ਦੀ ਸਰਕਾਰ ਕਿ ਉਹਨਾਂ ਕੋਲ ਲਿਸਟਾਂ ਨਹੀਂ। ਜੇ ਨਹੀਂ ਲਿਸਟਾਂ ਹੈਗੀਆਂ, ਸਾਡੇ ਸੰਯੁਕਤ ਕਿਸਾਨ ਮੋਰਚੇ ਕੋਲ ਇੱਕ ਬੰਦੇ ਦਾ ਨਾਂ ਹੈ, ਪੂਰੀ ਲਿਸਟ ਹੈ, ਉਹ ਵੀ ਉਹਨੇ ਕਿੰਨੇ ਦਿਨ ਉੱਥੇ ਬਿਤਾਏ, ਉਹ ਕਿੱਦਾਂ ਉਹਨੇ ਸ਼ਹਾਦਤ ਦਾ ਜਾਮ ਪੀਤਾ, ਸਾਰੀਆਂ ਸਾਡੇ ਕੋਲ ਲਿਸਟਾਂ ਨੇ। ਧੰਨਵਾਦੀਆਂ ਅਸੀਂ ਪਿੰਡਾਂ ਵਾਲਿਆਂ ਦਾ, ਸਾਡੇ ਕਿਸਾਨ ਭਰਾਵਾਂ ਦਾ। ਈਵਨ ਮੈਂ ਤਾਂ ਇੱਥੇ ਵੀ ਕਹੂੰਗਾ ਕਿ ਸਾਡੇ ਜਿਹੜੇ NRI ਬੱਚੇ ਬਾਹਰ ਗਏ ਨੇ ਜਾਂ ਸਾਡੇ ਵੀਰ ਬਾਹਰ ਬੈਠੇ ਨੇ, ਭਰਾ ਬਾਹਰ ਬੈਠੇ ਨੇ, ਉਹ ਵੀ ਉਹ ਕਿਸਾਨ ਪਰਿਵਾਰਾਂ ਦਾ ਭਾਵੇਂ ਮਾਲੀ ਤੌਰ 'ਤੇ, ਭਾਵੇਂ ਉਹਨਾਂ ਦੇ ਕਿਸੇ ਕੰਮ 'ਚ ਹੱਥ ਵਟਾਉਂਦੇ ਨੇ, ਉਹਨਾਂ ਦੀ ਸਹਾਇਤਾ ਕਰ ਰਹੇ ਨੇ। ਸਰਕਾਰ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ, ਕਰਨੀ ਬਣਦੀ ਹੈ। ਜਿਹੜਾ ਉੱਥੇ ਮਹਿਲਾਵਾਂ ਦਾ ਦਿਵਸ ਮਨਾਇਆ ਗਿਆ, ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਸੀ, ਮਾਈਆਂ ਸੀ, ਉਹ ਉੱਥੇ ਪਹੁੰਚੀਆਂ ਨੇ। ਤੁਸੀਂ ਕਿੱਦਾਂ ਦੇਖਦੇ ਹੋਗੇ ਜਦੋਂ ਉੱਥੇ ਬਰਾਬਰ ਬੰਦਿਆਂ ਦੇ ਬਰਾਬਰ ਬੀਬੀਆਂ ਵੀ ਉੱਥੇ ਧਰਨੇ ਦੇ ਵਿੱਚ ਬੈਠੀਆਂ ਨੇ? ਕੱਲ ਉੱਥੇ ਬਹੁਤ ਘੱਟ ਸੀ ਉੱਥੇ ਬੀਬੀਆਂ ਦਾ, ਤੇ ਸਟੇਜ ਵੀ ਉਹਨਾਂ ਨੇ ਕੰਟਰੋਲ ਕੀਤੀ ਹੋਈ ਸੀ ਪੂਰੀ ਲੇਡੀਜ਼ ਦਾ। ਬਰਾਬਰ ਦਾ ਹੀ ਉਹਨਾਂ ਦਾ ਹਿੱਸਾ ਹੈ। ਜੇ ਉਹ ਇੱਥੋਂ ਉਹਨਾਂ ਨੂੰ ਭੇਜਦੇ ਨੇ, ਨਾਲ ਖੜੇ ਨੇ, ਹਿੰਮਤ ਬਣਦੀ ਹੈ, ਉਹਨਾਂ ਦਾ ਹੌਸਲਾ ਹੁੰਦਾ, ਹੋਰ ਉਹਨਾਂ ਦਾ ਮਾਮਾ ਦਾ ਪੂਰਾ ਬਰਾਬਰ ਦਾ ਸਾਥ ਹੈ ਲੇਡੀਜ਼ ਦਾ ਵੀ ਉਹਨਾਂ ਦੇ ਨਾਲ ਹੀ। ਤੇ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਹੈ, ਰਾਜੇਵਾਲ ਸਾਹਿਬ ਦੀ ਗੱਲਬਾਤ ਕਰਦੇ ਹੋਵੋਗੇ, ਤੁਸੀਂ ਕਹਿੰਦੇ ਹੋਵੋਗੇ ਵੀ ਚਲੋ ਕੋਈ ਨਹੀਂ, ਵੀ ਸਿਹਤ ਪੱਖੋਂ ਨਾਸਾਜ਼ ਰਹਿੰਦੇ ਨੇ, ਇੱਕ ਵਾਰੀ ਘਰ ਆ ਜਾਓ, ਘਰ ਆ ਕੇ ਜਿਹੜੀ ਦਵਾਈਆਂ ਵਗੈਰਾ, ਕਿਉਂਕਿ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਨੇ ਉਹ ਤਾਂ ਸਾਨੂੰ ਦੱਸਦੇ ਨੇ ਕਿ ਆਫ ਕੈਮਰਾ ਵੀ ਦੱਸਦੇ ਨੇ ਕਿ ਦਵਾਈਆਂ ਨਹੀਂ ਲੈਂਦੇ। ਅਸੀਂ ਇਹਨਾਂ ਨੂੰ ਕਹਿੰਦੇ ਨੇ ਡਾਕਟਰ ਨੂੰ ਮਿਲ ਲਓ, ਕਿ ਡਾਕਟਰ ਕੋਲ ਵੀ ਨਹੀਂ ਜਾਂਦੇ ਹੈਗੇ, ਸਾਡੀ ਘੱਟ ਵੱਧ ਹੀ ਮੰਨਦੇ। ਪਰਿਵਾਰ ਵਾਲੇ ਕਹਿੰਦੇ ਸਾਨੂੰ ਪਿੱਛੇ ਫੋਨ ਕਰਕੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਹੈਗਾ। ਤੁਸੀਂ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹੋਵੋਗੇ, ਕੀ ਗੱਲਬਾਤ ਕਰਦੇ ਹੋ, ਕੀ ਕਹਿੰਦੇ ਹੋ ਉਹਨਾਂ ਨੂੰ? ਮੇਰੀ ਹੁਣ ਤੱਕ ਉਹਨਾਂ ਨਾਲ ਬਹੁਤ 2-3 ਵਾਰੀ ਗੱਲ ਹੋਈ ਹੈ। ਬਸ ਮੈਂ ਤੇ ਉਹਨਾਂ ਨੂੰ ਬਰੀਫਲੀ ਇੰਨਾ ਹੀ ਹਮੇਸ਼ਾ ਹੀ ਇਹੀ ਕਹੀਦਾ ਹੁੰਦਾ ਕਿ ਭਾਬੀ ਧਿਆਨ ਰੱਖਿਓ, ਸਿਹਤ ਦਾ ਧਿਆਨ ਰੱਖਿਓ, ਖਾਣ ਪੀਣ ਤੇ ਸਿਹਤ ਦਾ, ਬਸ ਇੰਨੀ ਗੱਲ ਹੁੰਦੀ ਹੈ। ਕਿਉਂਕਿ ਬਿਜ਼ੀ ਬਹੁਤ ਹੁੰਦੇ, ਫੋਨ ਮਿਲਦਾ ਬਹੁਤ ਘੱਟ ਆ। ਗੱਲ ਜਦੋਂ ਬੇਟੇ ਨਾਲ ਗੱਲ ਹੁੰਦੀ ਹੈ, ਮੈਂ ਉਦੋਂ ਵਿੱਚ 1-2 ਵਾਰੀ ਗੱਲ ਕੀਤੀ ਉਹਨਾਂ ਨਾਲ। ਹਾਂਜੀ। ਤੁਸੀਂ ਕਿੰਨੇ ਕੁ ਵਾਰੀ ਜਾ ਕੇ ਆਏ ਹੋ ਉੱਥੇ ਬਾਰਡਰ ਦੇ ਉੱਤੇ? ਮੈਂ 3 ਵਾਰੀ ਜਾਈ ਹਾਂ ਜੀ ਉੱਥੇ। ਕਿਹੋ ਜਿਹਾ ਮਹਿਸੂਸ ਕਿਹੋ ਜਿਹਾ ਹੋ ਰਿਹਾ? ਕਿਉਂਕਿ ਪਹਿਲੇ ਧਰਨੇ ਹੁੰਦੇ ਸੀਗੇ ਤੇ ਸਾਡੇ ਜਿਹੜੇ ਬੰਦੇ ਹੁੰਦੇ ਸੀ ਉਹ ਜ਼ਿਆਦਾ ਜਾਂਦੇ ਸੀਗੇ, ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਇਹੋ ਜਿਹੇ ਇਕੱਠ ਬਹੁਤ ਘੱਟ ਹੁੰਦੇ ਸੀ ਜਿੱਥੇ ਜਿਹੜੀਆਂ ਸਾਡੀਆਂ ਬੀਬੀਆਂ ਨੇ, ਮਹਿਲਾਵਾਂ ਨੇ, ਸਾਡੀਆਂ ਭੈਣਾਂ ਨੇ, ਉੱਥੇ ਜਾ ਕੇ ਬੈਠੀਆਂ ਨੇ, ਧਰਨੇ ਦੇ ਵਿੱਚ ਡਟੀਆਂ ਹੋਈਆਂ ਨੇ। ਜਿਹੜੀਆਂ ਵਰਲਡ ਦੀਆਂ ਮੈਗਜ਼ੀਨ ਦੇ ਵਿੱਚ ਉਹਨਾਂ ਦੇ ਨਾਮ ਜ਼ਿਕਰ ਆਉਂਦੇ ਨੇ। ਉਦੋਂ ਤੁਹਾਨੂੰ ਕੀ ਲੱਗਦਾ ਹੈਗਾ ਇਸ ਅੰਦੋਲਨ ਨੂੰ ਤੇ ਬਾਕੀ ਅੰਦੋਲਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਆਪਣੀ ਨਜ਼ਰ ਦੇ ਨਾਲ? ਕਿਉਂਕਿ ਜੀ ਇਹ ਅੰਦੋਲਨ ਸਾਨੂੰ ਬਿਲਕੁਲ ਪਰਿਵਾਰਿਕ, ਆਪਣੇ ਫੈਮਿਲੀ ਦੀ ਤਰ੍ਹਾਂ ਹੀ ਲੱਗਦਾ ਹੀ ਨਹੀਂ ਅਸੀਂ ਕਿਸੇ ਅੰਦੋਲਨ ਦੇ ਵਿੱਚ ਬੈਠੇ ਹਾਂ ਉੱਥੇ ਜਾ ਕੇ। ਅਤੇ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਹੋਰ ਇਸ ਤਰ੍ਹਾਂ ਦੀ ਇਨਸਿਕਿਉਰਿਟੀ ਫੀਲ ਨਹੀਂ ਹੁੰਦੀ। ਬਿਲਕੁਲ ਆਪਣੀ ਫੈਮਿਲੀ ਦੀ ਤਰ੍ਹਾਂ, ਘਰ ਦੀ ਤਰ੍ਹਾਂ ਹੀ ਲੱਗਦਾ ਹੈ ਸਾਨੂੰ ਉੱਥੇ। ਅਤੇ ਅਸੀਂ ਜਿਵੇਂ ਘਰ ਪਰਿਵਾਰ ਦੇ ਵਿੱਚ ਬੈਠੇ ਹਾਂ, ਇੱਦਾਂ ਬੈਠੇ ਹਾਂ, ਉਹਨਾਂ ਦੇ ਨਾਲ ਸਾਥ ਦਿੰਦੇ ਹਾਂ ਬਿਲਕੁਲ। ਅਤੇ ਉਹਨਾਂ ਨੂੰ ਵੀ ਲੱਗਦਾ ਹੈ ਵੀ ਸਾਡੇ ਮੈਂਬਰ ਨਾਲ ਬੈਠੇ ਨੇ, ਤਾਂ ਹੌਸਲਾ ਹੁੰਦਾ। ਜਦੋਂ ਵੀ ਅਸੀਂ ਜਾਂਦੇ ਹਾਂ ਉਹ ਵੀ ਬਹੁਤ ਖੁਸ਼ ਹੁੰਦੇ ਨੇ, ਮਿਲਦੇ ਨੇ ਸਾਨੂੰ ਵਾਪਿਸ ਉੱਥੇ ਦੇਖ ਕੇ ਸਾਰਿਆਂ ਨੂੰ। ਸੋ ਬਿਲਕੁਲ ਤਜਿੰਦਰ, ਜਦੋਂ ਆਪਾਂ ਅਕਸਰ ਦੇਖਦੇ ਹਾਂ, ਕਿਉਂਕਿ ਚਰਚਾਵਾਂ ਚੱਲਦੀਆਂ ਨੇ, ਕਿਸਾਨ ਆਗੂਆਂ ਦੇ ਬਾਰੇ ਚਰਚਾ ਚੱਲਦੀ ਹੈਗੀ ਕਿ ਵਧੀਆ ਹੋਟਲਾਂ ਦੇ ਵਿੱਚ ਰਹਿੰਦੇ ਨੇ, ਬੜੀਆਂ ਚੀਜ਼ਾਂ ਦੇਖਦੇ ਹੋ, ਬੜੀਆਂ ਚੀਜ਼ਾਂ ਸੁਣਦੇ ਵੀ ਹੋਵੋਗੇ। ਅਤੇ ਜਦੋਂ ਤੁਸੀਂ ਦੇਖਦੇ ਹੋਗੇ ਤੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹ ਵੀ ਉੱਥੇ ਬੈਠੇ ਨੇ, ਬਹੁਤ ਸਾਰੇ ਨੌਜਵਾਨ ਸ਼ਹੀਦ ਵੀ ਹੋਏ ਨੇ। ਜੇ ਆਪਾਂ ਨਵਰੀਤ ਦੀ ਗੱਲ ਕਰ ਲਈਏ, ਹੋਰ ਨੌਜਵਾਨਾਂ ਦੀ ਗੱਲਬਾਤ ਕਰ ਲਈਏ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਕਿ ਦਿਲ ਦੇ ਉੱਤੇ ਕੀ ਬੀਤਦੀ ਹੈ ਇੱਕ ਨੌਜਵਾਨ ਦੇ ਤੌਰ ਦੇ ਉੱਤੇ?
ਦਿਲ ਦੇ ਉੱਤੇ ਤਾਂ ਇਹੀ ਬੀਤਦੀ ਹੈ ਜੀ। ਹੁਣ ਜਿਵੇਂ ਉਹ ਵੀ ਇਕੱਲਾ ਇਕੱਲਾ ਪੁੱਤ ਸੀਗਾ ਜੀ, ਮੈਂ ਵੀ ਇਕੱਲਾ ਇਕੱਲਾ ਪੁੱਤ ਹਾਂ। ਮੇਰਾ ਆਪਦਾ ਮਨ ਬਹੁਤ ਦੁਖੀ ਹੋਇਆ ਜਦੋਂ ਮੈਂ ਉਹ ਨਵਰੀਤ ਬਾਰੇ ਪਤਾ ਕਰਿਆ, ਮਤਲਬ ਮੈਨੂੰ ਪਤਾ ਲੱਗਿਆ। ਮੈਂ ਵੀ 26 ਨੂੰ ਉੱਥੇ ਹੀ ਸੀਗਾ। ਇੱਕ ਓਬਵੀਅਸ ਜੀ ਤੁਹਾਨੂੰ ਗੱਲ ਦੱਸਦਾ, ਹੁਣ ਇੱਕ ਜਨਰੇਸ਼ਨ ਗੈਪ ਬਹੁਤ ਜ਼ਿਆਦਾ ਹੈ ਨਾ, ਵੀ ਜ਼ਿਆਦਾਤਰ ਯੂਥ ਦੀ ਕਾਲ ਇਹੀ ਸੀਗੀ ਵੀ ਆਪਾਂ ਉੱਧਰ ਚੱਲੀਏ, ਗਰਮ ਖਿਆਲੀ ਸੀਗੇ ਉੱਧਰ ਚੱਲੀਏ। ਪਰ ਮੈਂ ਉਹਨਾਂ ਦੇ ਨਾਲ ਨਾਲ ਹੀ ਸੀਗਾ, ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਸੀ ਵੀ ਕਿਵੇਂ ਕਰਨਾ ਜੀ, ਕਿਵੇਂ ਨਹੀਂ ਕਰਨਾ। ਤੇ ਉਹਨਾਂ ਨੇ ਹੁਣ ਖਿਆਲ ਤੁਹਾਡੇ ਕੁਝ ਵੀ ਹੋ ਸਕਦੇ ਨੇ, ਪਰ ਕਦੇ ਵੀ ਆਪਾਂ ਆਪਣੇ ਲੀਡਰ ਤੋਂ ਜਾਂ ਆਪਣੇ ਬਜ਼ੁਰਗਾਂ ਤੋਂ ਬਾਹਰ ਨਹੀਂ ਹੋ ਸਕਦੇ। ਮੈਂ ਉਹਨਾਂ ਦੇ ਕਹਿਣੇ ਦੇ ਵਿੱਚ ਰਿਹਾ ਤੇ ਗੱਲਾਂ ਤਾਂ ਚਰਚਾਵਾਂ ਬਹੁਤ ਚੱਲਦੀਆਂ ਰਹਿੰਦੀਆਂ ਨੇ। ਹੁਣ ਅੱਜ ਕੱਲ੍ਹ ਲੋਕ ਕਹਿੰਦੇ ਨੇ ਅੱਜ ਦੇ ਟਾਈਮ 'ਤੇ ਵੀ ਲੀਡਰ ਬਣਨਾ ਬਹੁਤ ਔਖੀ ਗੱਲ ਆ। ਮੈਂ ਕਹਿੰਦਾ ਵੀ ਅੱਜ ਦੇ ਟਾਈਮ 'ਤੇ ਸੌਖਾ ਹੀ ਬਹੁਤ ਆ, ਵੀ ਫੋਨ ਔਨ ਕਰਕੇ ਵੀ ਕੁਝ ਵੀ ਕਹਿਣਾ, ਜ਼ਬਾਨ ਹੀ ਚਲਾਉਣੀ ਹੈ, ਜਿੱਧਰ ਨੂੰ ਮਰਜ਼ੀ ਚਲਾ ਦੇ। ਹੁਣ ਕੁਝ ਨਹੀਂ ਕਹਿ ਸਕਦੇ, ਜਿਹਦਾ ਜੋ ਮਨ ਆ, ਆਪਣੀ ਆਪਣੀ ਸੋਚ ਹੈ ਜੀ, ਕੁਝ ਵੀ ਕਹਿ ਸਕਦੇ ਪਰਿਵਾਰ ਨੇ। ਦੇ ਉੱਤੇ ਕੀ ਬੀਤਦੀ ਹੈ ਜਦੋਂ ਗੱਲ ਹੁੰਦੀ ਨਹੀਂ ਹੈ ਤੇ ਉਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕਰ ਦਿੱਤੀ ਜਾਂਦੀ ਹੈ, ਉਦੋਂ ਮਨ ਦੇ ਉੱਤੇ ਕੀ ਬੀਤਦੀ ਹੈ? ਨਹੀਂ, ਓਬਵੀਅਸਲੀ ਥੋੜ੍ਹਾ ਜਿਹਾ ਤਾਂ ਦੁੱਖ ਲੱਗਦਾ ਹੀ ਆ ਵੀ ਇੱਕ ਬੰਦਾ ਹੈ ਨਾ ਪੂਰੇ ਆਪਣੇ ਦਿਲੋਂ ਸ਼ੁਰੂ ਤੋਂ ਉਹਨੇ ਸਾਰੀ ਉਮਰ ਲਾਤੀ, ਵੀ ਉਹਨੇ ਕਦੇ ਇੰਨਾ ਘਰ ਪਰਿਵਾਰ ਬਾਰੇ ਵੀ ਨਹੀਂ ਸੋਚਿਆ ਜਿੰਨਾ ਉਹਨੇ ਕਿਸਾਨੀ ਬਾਰੇ ਸੋਚਿਆ। ਤੇ ਪੂਰਾ ਡੈਡੀਕੇਸ਼ਨ ਦੇ ਨਾਲ ਇੱਕੋ ਏਮ ਰਿਹਾ ਵੀ ਮੈਂ ਕਿਸਾਨੀ 'ਤੇ ਹੀ ਰਹਿਣਾ, ਕਦੇ ਇੱਧਰ ਉੱਧਰ ਵੀ ਨਹੀਂ ਗਏ ਹੈਗੇ ਅੱਜ ਤੱਕ। ਇੰਨਾ ਉਹਨਾਂ ਨੂੰ ਓਪਰਚੁਨਿਟੀਜ਼ ਆਈਆਂ ਨੇ ਪਰ ਉਹ ਗਏ ਨਹੀਂ। ਵੀ ਹੁਣ ਵੀ ਉਹ ਇੰਨੇ, ਜੇ ਸਾਰੇ ਕਹਿੰਦੇ ਨੇ ਉਹ ਆਪਣੇ ਦਿਲੋਂ ਲੱਗੇ ਹੋਏ ਨੇ, ਤੇ ਮੈਂ ਕਹਿੰਦਾ ਵੀ ਆਪਾਂ ਬਹੁਤ ਸੇਫ ਹੈਂਡਸ ਦੇ ਵਿੱਚ ਵੀ ਆਪਣੀ ਲੀਡਰਸ਼ਿਪ 'ਤੇ ਭਰੋਸਾ ਰੱਖਣਾ ਚਾਹੀਦਾ। ਉਹ ਬਹੁਤ ਸੇਫਲੀ ਤੇ ਵਾਈਜ਼ਲੀ ਇਹ ਅੰਦੋਲਨ ਨੂੰ ਚਲਾ ਰਹੇ ਨੇ। ਬੁਰਾ ਤਾਂ ਓਬਵੀਅਸਲੀ ਲੱਗਦਾ ਹੀ ਆ, ਪਰ ਹੁਣ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਹਾਂ। ਹੁਣ ਕਿਸੇ ਆਰਗੂਮੈਂਟ ਦੇ ਵਿੱਚ ਜਾਂ ਡਿਬੇਟ ਦੇ ਵਿੱਚ ਤਾਂ ਇੰਡਲਜ ਕਰਨਾ ਨਹੀਂ ਹੈਗਾ। ਬਟ ਠੀਕ ਹੈ ਜੀ, ਬਾਬਾ ਮਤ ਬਖਸ਼ੇ, ਜਿਹਦਾ ਜੋ ਸੋਚਣੀ ਹੈ ਉਹੀ ਸੋਚੇ। ਪਰ ਮੈਨੂੰ ਪਤਾ ਉਹ ਆਪਣੇ ਦਿਲੋਂ ਤੇ ਪੂਰੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਨੇ, ਤੇ ਉਹ ਕਦੇ ਵੀ ਮਤਲਬ ਆਪਾਂ ਨੂੰ ਉਹਨਾਂ 'ਤੇ ਟਰਸਟ ਬਣਾ ਕੇ ਰੱਖਣਾ ਚਾਹੀਦਾ। ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਦਰਸ਼ਕ ਇਸ ਵੇਲੇ ਤੁਹਾਨੂੰ ਦੇਖ ਰਹੇ ਹੋਣਗੇ, ਤੁਹਾਡੇ ਪਰਿਵਾਰ ਦੇ ਵੱਲੋਂ, ਤੁਸੀਂ ਸਭ ਤੋਂ ਛੋਟੇ ਹੋ ਪਰਿਵਾਰ ਦੇ ਵਿੱਚ, ਤੇ ਸੁਨੇਹਾ ਕੀ ਹੋਏਗਾ ਤੁਹਾਡੇ ਵੱਲੋਂ? ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਸੁਨੇਹਾ ਇਹੀ ਆ ਜੀ ਵੀ ਇੱਕ ਤਾਂ ਪਹਿਲੀ ਗੱਲ ਥੈਂਕ ਯੂ ਵੀ ਜਿਹਨੇ ਵੀ ਪਾਰਟਿਸਿਪੇਟ ਕੀਤਾ ਇਹਦੇ ਵਿੱਚ, ਹੈ ਨਾ, ਵੀ ਇਹ ਅੰਦੋਲਨ ਦੇ ਵਿੱਚ। ਇਹ ਆਪਣੇ ਸਾਰਿਆਂ ਦਾ ਇਹ ਅੰਦੋਲਨ ਆ ਵੀ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਇਹਦੇ। ਇਹ ਜਿਵੇਂ ਹੁਣ ਉਹ ਐਸੈਂਸ਼ੀਅਲ ਕਮੋਡਿਟੀਜ਼ ਐਕਟ ਆ, ਉਹ ਤਾਂ ਚਲੋ ਮੰਨ ਲਿਆ ਵੀ ਬਾਕੀ ਤਾਂ ਫਾਰਮ ਰਿਲੇਟਡ ਬਿਲਸ ਨੇ, ਉਹ ਤਾਂ ਇੱਕ ਆਮ ਸਿਟੀਜ਼ਨ ਲਈ ਉਹ ਬਿੱਲ ਹੈ ਨਾ, ਪਹਿਲਾਂ ਤਾਂ ਉਹ। ਤੇ ਦੂਜਾ ਹੁਣ ਅੱਗੇ ਜਿਵੇਂ ਵਾਢੀ ਦਾ ਵੀ ਟਾਈਮ ਆਉਂਦਾ ਜਾਂ ਕੁਝ ਵੀ ਆ, ਆਪਾਂ ਨੂੰ ਆਪਣੇ ਕਿਸਾਨ ਲੀਡਰਸ਼ਿਪ ਦੇ ਉੱਤੇ ਭਰੋਸਾ ਬਣਾ ਕੇ ਰੱਖਣਾ ਚਾਹੀਦਾ, ਤੇ ਆਪਾਂ ਨੂੰ ਇੱਕ ਹੋ ਕੇ ਲੜਨਾ ਚਾਹੀਦਾ। ਇੱਦਾਂ ਦੀਆਂ ਕੰਟਰੋਵਰਸੀਜ਼ ਤੋਂ ਜਾਂ ਜੋ ਵੀ ਅੱਜ ਕੱਲ੍ਹ ਡਿਬੇਟਸ ਚੱਲ ਰਹੀਆਂ ਨੇ ਉਹਨਾਂ ਤੋਂ ਆਪਾਂ ਨੂੰ ਸਿਆਣੇ ਹੋ ਕੇ, ਜੋ ਵੀ ਗੋਦੀ ਮੀਡੀਆ ਜਾਂ ਸਰਕਾਰ ਦਾ ਜਿਹਨੂੰ ਆਪਾਂ IT ਸੈੱਲ ਕਹਿ ਦਿੰਦੇ ਹਾਂ, ਉਹ ਜੋ ਵੀ ਪ੍ਰੋਪਗੇਟ ਕਰਨਾ ਚਾਹੁੰਦਾ ਹੈ, ਇਸ਼ੂ ਬਣਾਉਣਾ ਚਾਹੁੰਦਾ ਹੈ, ਹੁਣ ਮੁੱਦਾ ਭੜਕਾਉਣਾ ਚਾਹੁੰਦਾ ਹੈ, ਆਪਾਂ ਉਹਦਾ ਸ਼ਿਕਾਰ ਆਪ ਹੀ ਹੋ ਜਾਂਦੇ ਹਾਂ। ਤੇ ਪਤਾ ਹੀ ਨਹੀਂ ਲੱਗਦਾ ਕਦੋਂ ਆਪਾਂ ਉਹਨਾਂ ਵੱਲੋਂ ਕੰਮ ਕਰਨ ਲੱਗ ਜਾਂਦੇ ਹਾਂ। ਉਹ ਤੋਂ ਆਪਾਂ ਥੋੜ੍ਹਾ ਜਿਹਾ ਗਰੇਜ਼ ਰੱਖੀਏ, ਥੋੜ੍ਹਾ ਜਿਹਾ ਸਾਰਾ ਕੁਝ ਆਪਣੀਆਂ ਸੈਂਸਿਸ ਤੋਂ ਪ੍ਰੋਪਰਲੀ ਕੰਮ ਲੈ ਕੇ ਵੀ ਇਹ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰੀਏ, ਤਾਂ ਕਿ ਇਹ ਆਪਾਂ ਮੁੱਦਾ ਨਾ ਭੜਕਾਈਏ ਤੇ ਛੇਤੀ ਛੇਤੀ ਇਹ ਬਿੱਲ ਰੱਦ ਹੋਣ ਤੇ ਸਾਰਿਆਂ ਨੇ ਘਰ ਨੂੰ ਆਉਣ। ਬਸ ਇਹੀ ਕਹਿਣਾ ਚਾਹੁੰਦਾ। ਜਦੋਂ ਇੱਕ ਗੱਲ ਹੋਰ ਦੱਸੋ ਕਿ ਜਦੋਂ ਬਹੁਤ ਸਾਰੇ ਬਾਲੀਵੁੱਡ ਦੇ ਜਿਹੜੇ ਸਟਾਰ ਨੇ ਉਹ ਜਾ ਕੇ ਕਿਸਾਨਾਂ ਦੇ ਵਿਰੋਧ ਗੱਲਬਾਤ ਕਰਦੇ ਨੇ, ਕੰਗਣਾ ਹੋਵੇ, ਬਹੁਤ ਸਾਰੇ ਕਲਾਕਾਰ ਨੇ, ਤਾਂ ਕੀ ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਦੇਖਦੇ ਹੋਵੋਗੇ ਤੇ ਉਸ ਵੇਲੇ ਤੁਹਾਨੂੰ ਕੀ ਲੱਗਦਾ ਹੈਗਾ? ਕਿਉਂਕਿ ਯੰਗਸਟਰ ਦੇ ਤੌਰ 'ਤੇ ਤੁਸੀਂ ਉਹਨਾਂ ਨੂੰ ਫੋਲੋ ਵੀ ਕਰਦੇ ਰਹੇ ਹੋਵੋਗੇ, ਉਹਨਾਂ ਦੀ ਫਿਲਮਾਂ ਵੀ ਦੇਖਦੇ ਰਹੇ ਹੋਵੋਗੇ, ਤੇ ਅੱਜ ਕੀ ਲੱਗਦਾ ਹੈਗਾ? ਨਹੀਂ, ਫਿਲਮਾਂ ਤਾਂ ਦੇਖਦੇ ਰਹਿੰਦੇ ਜੀ। ਵੀ ਮੈਂ ਸੱਚ ਕਦੇ ਕਿਸੇ ਦਾ ਜ਼ਿਆਦਾ ਵੱਡਾ ਵੀ ਡਾਈ ਹਾਰਡ ਫੈਨ ਨਹੀਂ ਰਿਹਾ ਹੈਗਾ। ਠੀਕ ਆ, ਜੇ ਕਿਸੇ ਦੀ ਕੋਈ ਫਿਲਮ ਚੰਗੀ ਆ ਤਾਂ ਕਰ ਲਓ, ਪਰ ਜੋ ਉਹਨਾਂ ਦਾ ਵਤੀਰਾ ਇਹ ਅੰਦੋਲਨ ਦੇ ਵਿੱਚ ਰਿਹਾ ਹੈ, ਉਹਨੇ ਜਿੰਨੀ ਕੁ ਉਹਨਾਂ ਦੀ 1-2% ਇੱਜ਼ਤ ਸੀਗੀ ਮੇਰੀ ਨਜ਼ਰਾਂ 'ਚ, ਉਹ ਵੀ ਨਹੀਂ ਰਹੀ ਹੈਗੀ ਜੈਨੂਅਨਲੀ ਅਤੇ ਫਰੈਂਕਲੀ ਸਪੀਕਿੰਗ। ਤੇ ਜਦੋਂ ਮਤਲਬ ਤੁਸੀਂ ਦੇਖ ਸਕਦੇ ਹੋ ਗ੍ਰੈਟਾ ਥਨਬਰਗ ਹੋ ਗਈ, ਰਿਹਾਨਾ ਹੋ ਗਏ, ਜਾਂ ਹੋਰ ਵੀ ਕਈ ਇੰਟਰਨੈਸ਼ਨਲ ਪਰਸਨੈਲਿਟੀਜ਼ ਨੇ, ਜੇ ਉਹ ਬੋਲ ਸਕਦੇ ਨੇ ਤਾਂ ਇਹ ਇੰਨੇ ਕਿਹੜੇ ਵੀ ਗੂੰਗੇ ਹੋ ਗਏ? ਮੈਨੂੰ ਲੱਗਦਾ ਸਰਕਾਰ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਆ। ਆਪਾਂ ਸਾਰੇ ਦੇਖਦੇ ਹੀ ਰਹਿੰਦੇ ਹਾਂ ਸਰਕਾਰ ਕਿਵੇਂ ਵੀ BJP ਲਈ ਕੰਮ ਕਰਦੇ ਨੇ, ਉਹ BJP ਦੀ ਪਬਲਿਸਿਟੀ ਕਰਦੇ ਨੇ, ਤਾਂ ਸਰਕਾਰ ਦੇ ਦਬਾਅ 'ਚ ਨੇ। ਬਹੁਤ ਮਾੜੀ ਗੱਲ ਆ, ਵੀ ਪਤਾ ਨਹੀਂ ਵੀ ਕੀ ਹੋ ਰਿਹਾ ਜੀ। ਇਹ ਤਾਂ ਹੁਣ ਇੰਡੀਆ ਦੇ ਵਿੱਚ ਸਾਰਿਆਂ ਨੂੰ ਹੀ ਪਤਾ ਵੀ ਗਲਤ ਗੱਲ ਹੈ ਜੋ ਵੀ ਉਹ ਕਰ ਰਹੇ ਨੇ। ਐਟਲੀਸਟ ਉਹਨਾਂ ਨੂੰ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ। ਇੱਕ ਟਵੀਟ ਕੁਛ ਮੈਨੂੰ ਲੱਗਦਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ, ਪਰ ਜੇ ਉਹਨਾਂ ਨੂੰ ਜਿਹੜੇ ਲੋਕ ਫੋਲੋ ਕਰਦੇ ਨੇ ਉਹਨਾਂ ਦੇ ਵਿੱਚ ਜਾਗਰੂਕਤਾ ਫੈਲਦੀ, ਉਹ ਵੀ ਹੈਲਪ ਕਰਦਾ। ਪਰ ਚਲੋ ਜੇ ਹਲੇ ਵੀ ਉਹ ਕਰ ਦੇਣ ਤਾਂ ਕੁਝ ਵਿਗੜਾ ਨਹੀਂ ਹੈਗਾ। ਦੇਰ ਹੈ ਦਰੁਸਤ ਹੈ, ਪਰ ਕਰਨਾ ਚਾਹੀਦਾ ਉਹਨਾਂ ਨੂੰ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਪਰਿਵਾਰ ਦਾ ਸਾਨੂੰ ਸਮਾਂ ਦਿੱਤਾ ਜੀ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਅੱਜ ਦੀ ਮੁਲਾਕਾਤ ਦੇ ਵਿੱਚ
ਬਸ ਇੰਨਾ ਹੀ ਅੱਜ ਦੀ ਮੁਲਾਕਾਤ ਦੇ ਵਿੱਚ ਅਸੀਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੇ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕੀਤੀ, ਉਹਨਾਂ ਦੀ ਫੈਮਿਲੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਅੰਸ਼ ਹੋਏ ਪੱਖ ਛੂਹਣ ਦੀ ਕੋਸ਼ਿਸ਼ ਕੀਤੀ ਕਿ ਆਖਰ ਘਰਦਿਆਂ ਨਾਲ ਵਤੀਰਾ ਕਿਹੋ ਜਿਹਾ ਹੈ, ਕਿਉਂਕਿ ਜਦੋਂ ਵੀ ਸੰਘਰਸ਼ ਦੇ ਵਿੱਚ ਗੱਲਬਾਤ ਕਰੀਦੀ ਹੈ, ਆਫ ਕੈਮਰਾ ਗੱਲ ਕਰੀਦੀ ਹੈ, ਭਾਵੇਂ ਔਨ ਸਕਰੀਨ ਗੱਲ ਕਰੀਦੀ ਹੈ, ਤੇ ਕਹਿੰਦੇ ਨੇ ਕਿ ਘਰ ਉਸੇ ਦਿਨ ਵਾਪਸ ਜਾਵਾਂਗੇ ਜਦੋਂ ਇਸ ਸੰਘਰਸ਼ ਨੂੰ ਜਿੱਤਾਂਗੇ। ਤਾਂ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਕਿਸਾਨ ਨੇ ਉਹ ਵੀ ਉੱਥੇ ਡਟੇ ਹੋਏ ਨੇ, ਲਗਾਤਾਰ ਆਗੂਆਂ ਦੇ ਵੱਲ ਦੇਖ ਰਹੇ ਨੇ। ਆਗੂਆਂ ਨੂੰ ਜਦੋਂ ਸਵਾਲ ਕੀਤੇ ਜਾਂਦੇ ਨੇ, ਸੋਸ਼ਲ ਮੀਡੀਆ ਦੇ ਉੱਤੇ ਸਵਾਲ ਕੀਤੇ ਜਾਂਦੇ, ਤਾਂ ਉਹਦਾ ਹੱਲ ਲੱਭਣ ਵਾਸਤੇ ਉਹਨਾਂ ਦੇ ਪਰਿਵਾਰ ਕੋਲੇ ਜਾਣ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਉਹਨਾਂ ਦੇ ਪਰਿਵਾਰ ਤੋਂ ਜਾਣਾ ਜਾਵੇ ਕਿ ਆਖਰ ਉਹ ਬੰਦਾ ਹੈ ਕਿਹੋ ਜਿਹਾ। ਕਿਉਂਕਿ ਜਦੋਂ ਕਿਸੇ ਬੰਦੇ ਬਾਰੇ ਜਾਣਨਾ ਹੋਵੇ ਤਾਂ ਉਸਦੇ ਪਰਿਵਾਰ ਤੋਂ ਬਿਹਤਰ ਕੋਈ ਵੀ ਨਹੀਂ ਜਾਣ ਸਕਦਾ, ਕੋਈ ਵੀ ਦੱਸ ਨਹੀਂ ਸਕਦਾ ਉਹਨਾਂ ਦੇ ਬਾਰੇ। ਸੋ ਇਸ ਕਰਕੇ ਅੱਜ ਦੀ ਕੋਸ਼ਿਸ਼ ਦੇ ਵਿੱਚ ਇੰਨਾ ਹੀ। ਸਾਡੀ ਇਸ ਕੋਸ਼ਿਸ਼ ਨੂੰ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਕੋਸ਼ਿਸ਼ ਕਿਹੋ ਜਿਹੀ ਲੱਗੀ। ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।